ਸਾਵਨ ਸਰਸ ਮਨਾ। ਸਾਵਣ ਦੇ ਮਹੀਨੇ ਅਲੰਕਾਰ ਦੁਆਰਾ ਉਪਦੇਸ਼ ਕਥਨ ਕਰਦੇ ਹਨ ਕਿ ਇਸ ਮਹੀਨੇ ਅੰਦਰ ਸੁਹਾਗਵੰਤੀਆਂ ਦੇ ਮਨਾਂ ਵਿੱਚ, ਹਿਰਦਿਆਂ ਵਿੱਚ ਸਰਸ ਮਨਾ ਬਹੁਤ ਆਨੰਦ ਪ੍ਰਾਪਤ ਹੁੰਦਾ ਹੈ। ਕੌਣ ਵਰਸਾ ਹੈ ਰੁੱਤ ਆਏ। ਇਸ ਬਰਸਾਤ ਰੁੱਤ ਦੇ ਆਉਣ ਕਰਕੇ ਬਹੁਤ ਬੱਦਲ ਬਰਸਦੇ ਹਨ। ਘਨ ਹਰ ਬਰਸ ਸਗਲ ਜਗ ਛਾਇਆ। ਮੈਂ ਮਨ ਤਨ ਸਹੁ ਭਾਵੈ। ਪਤੀ ਤੋਂ ਵਿਛੜੀ ਇਸਤਰੀ ਆਖਦੀ ਹੈ ਕਿ ਮੇਰੇ ਹਿਰਦੇ ਅਤੇ ਸਰੀਰ ਵਿੱਚ ਪਤੀ ਭਾਉਂਦਾ, ਪਤੀ ਚੰਗਾ ਲੱਗਦਾ ਹੈ। ਪੈਰ ਪਰਦੇਸ ਸਦਾਏ। ਪਰ ਉਹ ਪਤੀ ਜੀ ਪਰਾਏ ਦੇਸ਼, ਕਿਸੇ ਹੋਰ ਦੇਸ਼ ਨੂੰ ਹੀ ਗਏ ਹੋਏ ਹਨ। ਪੈਰ ਘਰ ਨਹੀਂ ਆਵੈ ਮਰੀਆ ਹਾਵੈ। ਜਦੋਂ ਐਸੀ ਪਿਆਰੀ ਤੇ ਮਿੱਠੀ ਰੁੱਤ ਵਿੱਚ ਜਦ ਪਤੀ ਘਰ ਵਿੱਚ ਹੀ ਨਾ ਆਵੇ ਤਾਂ ਪਤੀ ਨੂੰ ਯਾਦ ਕਰਕੇ ਹੌਕਿਆਂ ਵਿੱਚ ਮਰੀਦਾ ਹੈ। ਦਾਮਨ ਚਮਕ ਡਰਾਏ। ਤੇ ਉੱਪਰੋਂ ਅਸਮਾਨ ਵਿੱਚ ਬਿਜਲੀ ਚਮਕਾਰੇ ਮਾਰ ਮਾਰ ਕੇ ਮੈਨੂੰ ਡਰਾਉਂਦੀ ਪਈ ਹੈ। ਸੇਜ ਅਕੇਲੀ ਖਰੀ ਦੁਹਲੀ। ਪਤੀ ਦੇ ਵਿਛੋੜੇ ਕਰਕੇ ਮੇਰੀ ਸੇਜਾ ਵੀ ਇਕੱਲੀ ਹੈ, ਜਾਂ ਸੇਜਾ ਦੇ ਉੱਪਰ ਮੈਂ ਇਕੱਲੀ ਅਤਿਅੰਤ ਦੁਖੀ ਹੋ ਰਹੀ ਹਾਂ। ਮਰਨ ਪਿਆ ਦੁਖ ਮਾਏ। ਇਹ ਮਾਂ, ਇਹ ਸਖੀ, ਪਤੀ ਦੇ ਵਿਛੋੜੇ ਦਾ ਦੁੱਖ ਮੈਨੂੰ ਮਰਨ ਵਰਗਾ ਪ੍ਰਤੀਤ ਹੋ ਰਿਹਾ ਹੈ। ਹਰ ਬਿਨ ਨੀਂਦ ਭੂਖ ਕਾਹੁ ਕੈਸੀ। ਹਰੀ ਪਤੀ ਪਰਮੇਸ਼ਰ ਤੋਂ ਬਿਨਾ ਦੱਸੋ ਖਾਂ ਮੈਨੂੰ ਨੀਂਦ ਅਤੇ ਭੁੱਖ ਕਿਹੋ ਜਿਹੀ ਲੱਗ ਰਹੀ ਹੈ। ਮਤਲਬ ਨੀਂਦ ਭੁੱਖ ਦਾ ਤਾਂ ਕਿਤੇ ਮੈਨੂੰ ਖਿਆਲ ਹੀ ਨਹੀਂ ਹੈ। ਕਾਪੜ ਤਨ ਨਾ ਸੁਖਾ ਬਾਏ। ਨਾ ਕੁਝ ਖਾਣਾ ਚੰਗਾ ਲੱਗਦਾ, ਨਾ ਕੁਝ ਪੀਣਾ ਚੰਗਾ ਲੱਗਦਾ, ਨਾ ਸਰੀਰ ਦੇ ਉੱਪਰ ਪਹਿਨੇ ਕੱਪੜੇ ਹੀ ਸੁਖਾਉਂਦੇ ਹਨ। ਪਾਉਣੇ ਤਾਂ ਪੈਂਦੇ ਨੇ ਪਰ ਚੰਗੇ ਨਹੀਂ ਲੱਗਦੇ ਆਪਣੇ ਆਪ ਨੂੰ। ਨਾਨਕ ਸਾ ਸੁਹਾਗਣ ਕੰਤੀ। ਭਾਵ ਪਤੀ ਤੋਂ ਬਿਨਾ ਐਸੀ ਸੁਹਾਵਣੀ ਰੁੱਤ ਅਤਿਅੰਤ ਦੁਖਦਾਈ ਬਤੀਤ ਹੋ ਰਹੀ ਹੈ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਥਨ ਕਰਦੇ ਨੇ ਕਿ ਐਸੀ ਰੁੱਤ ਸਾਵਣ ਦੇ ਮਹੀਨੇ ਵਿੱਚ ਉਹੀ ਪਤੀ ਵਾਲੀ ਸੁਹਾਗਵੰਤੀ ਬੀਬੀ ਹੈ। ਫਿਰ ਕੈ ਅੰਕ ਸਮਾਵਾਏ। ਜੋ ਪਤੀ ਦੇ ਗਲੇ ਸਮਾਉਂਦੀ, ਉਹਦੇ ਨਾਲ ਲੀਨ ਰਹਿੰਦੀ ਹੈ। ਇਹ ਤਾਂ ਸੀ ਬਾਹਰੀ ਅਰਥ, ਦ੍ਰਿਸ਼ਟਾਂਤ ਮਾਤਰ। ਹੁਣ ਅੰਤਰੀ ਵਰਤ ਸਰਵਣ ਕਰੋ। ਸਾਵਨ ਸਰਸ ਮਨਾ। ਇਹ ਮਨੁੱਖਾ ਜਨਮ ਰੂਪ ਸਾਵਣ ਦੇ ਮਹੀਨੇ ਦੁਆਰਾ ਕਥਨ ਕਰਦੇ ਹਨ ਕਿ ਜੋ ਮਹਾਤਮਾ ਰੂਪ ਸੁਹਾਗਵੰਤੀਆਂ ਦੇ ਮਨ ਸਹਿਤ ਪ੍ਰੇਮ ਰਸ ਦੇ ਹੋਏ ਹਨ। ਕਾਨ ਵਰਸਾ ਰੁੱਤ ਆਏ। ਅਤੇ ਸ਼ੌਂਕ ਅਵਸਥਾ ਰੂਪ ਰੁੱਤ ਆਉਣ ਕਰਕੇ ਗੁਰੂ ਰੂ ਬੱਦਲ ਉਪਦੇਸ਼ ਨੂੰ ਵਰਖਾ ਕਰਕੇ ਵਰਸ ਰਹੇ ਹਨ। ਮੈਂ ਮਨ ਤਨ ਸਹੁ ਭਾਵੈ। ਪਰਮੇਸ਼ਰ ਰੂਪ ਪਤੀ ਤੋਂ ਵਿਛੜੀ ਹੋਈ ਜਗਿਆਸੂ ਰੂਪ ਇਸਤਰੀ ਆਖਦੀ ਹੈ ਕਿ ਮੇਰੇ ਹਿਰਦੇ ਅਤੇ ਸਰੀਰ ਅੰਦਰ ਪਤੀ ਪਰਮਾਤਮਾ ਚੰਗਾ ਲੱਗ ਰਿਹਾ ਹੈ। ਫਿਰ ਪਰਦੇਸ
ਸਦਾਏ। ਪਰ ਪਤੀ ਪਰਮਾਤਮਾ ਜੀ ਅਸਖਿਆਤ ਹੋਣ ਰੂਪ ਪਰਦੇਸ ਗਏ ਹੋਏ ਹਨ। ਫਿਰ ਘਰ ਨਹੀਂ ਆਵੈ ਮਰੀਐ ਹਾਵੈ। ਪਰਮਾਤਮਾ ਰੂਪਤੀ ਮੇਰੇ ਹਿਰਦੇ ਰੂਪ ਘਰ ਵਿੱਚ ਆ ਕੇ ਸਾਖਿਆਤਕਾਰ ਨਹੀਂ ਹੁੰਦਾ। ਐਸੇ ਵਿਛੋੜੇ ਦੇ ਝੋਰੀਆਂ ਕਰਕੇ ਹਾਵੀਆਂ ਕਰਕੇ ਮਰਨਾ ਹੋ ਰਿਹਾ ਹੈ। ਦਾਮਨ ਚਮਕ ਡਰਾਏ। ਮਾਇਆ ਰੂ ਬਿਜਲੀ ਅਨੇਕ ਤਰ੍ਹਾਂ ਦੇ ਪਦਾਰਥਾਂ ਦੇ ਚਮਕਾਰੇ ਮਾਰ ਮਾਰ ਕੇ ਡਰਾ ਰਹੀ ਹੈ। ਸੇਜ ਅਕੇਲੀ ਖਾਰੀ ਦੋਹਲੀ। ਮੇਰੀ ਅੰਤਕਰਨ ਵਸੇਜਾ ਇਕੱਲੀ ਹੈ ਜਾਂ ਅੰਤਕਰਨ ਵਸੇਜਾ ਪਰ ਮੇਰੀ ਆਭਾਸ ਬਿਰਤੀ ਸਾਖੀ ਚੇਤਨ ਦੀ ਸਖਿਆਤਤਾ ਤੋਂ ਬਿਨਾ ਇਕੱਲੀ ਅਤਿਅੰਤ ਦੁਖੀ ਹੋ ਰਹੀ ਹੈ। ਮਰਨ ਪਿਆ ਦੁਖ ਮਾਏ। ਇਹ ਮਹਾਤਮਾ ਰੂ ਮਾਂ ਜਾਂ ਉਤਮ ਸਖੀ ਪਰਮੇਸ਼ਰ ਪਤੀ ਦੇ ਵਿਛੋੜੇ ਦੇ ਦੁੱਖ ਕਾਰਨ ਮੈਨੂੰ ਮਰਨਾ ਪ੍ਰਤੀਤ ਹੋ ਰਿਹਾ ਹੈ। ਹਰ ਬਿਨ ਨੀਂਦ ਭੂਖ ਕਹ ਕੈਸੀ। ਇਹ ਸਖੀ ਦੱਸੋ ਖਾਂ ਕਿ ਹਰੀ ਪਰਮੇਸ਼ਰ ਦੀ ਪ੍ਰਾਪਤੀ ਤੋਂ ਬਿਨਾ ਪ੍ਰਤੱਖ ਨੀਂਦ ਤੇ ਭੁੱਖ ਕਿਹੋ ਜਿਹੀ ਆਉਣੀ ਹੈ। ਕਾਪੜ ਤਨ ਨਾ ਸੁਖਾਵਾਏ। ਸਗੋਂ ਤਨ ਪਰ ਬਸਤਰ ਵੀ ਨਹੀਂ ਸਿਖਾਉਂਦੇ। ਜਾਂ ਪਾਸ਼ਾ ਜੀ ਫਰਮਾਉਂਦੇ ਹਨ ਹਰ ਬਿਨ ਨੀਂਦ ਭੂਖ ਕਹ ਕੈਸੀ। ਹਰੀ ਪਰਮੇਸ਼ਰ ਦੀ ਪ੍ਰਾਪਤੀ ਤੋਂ ਬਿਨਾ ਨਿਰਵਿਕਲਪ ਸਮਾਧੀ ਰੂਪ ਨੀਂਦ ਜਾਂ ਆਤਮਿਕ ਸ਼ਾਂਤੀ ਰੂਪ ਨੀਂਦ ਕਿਵੇਂ ਪ੍ਰਾਪਤ ਹੋਵੇ ਅਤੇ ਦਰਸ਼ਨ ਦੀ ਭੁੱਖ ਕਿਵੇਂ ਲੱਥੇ। ਕਾਪੜ ਤਨ ਨਾ ਸੁਖਾਵਾਏ। ਮੈਨੂੰ ਤਾਂ ਆਪਣੇ ਸਰੀਰ ਰੂਪ ਕੱਪੜੇ ਵੀ ਚੰਗੇ ਨਹੀਂ ਲੱਗਦੇ। ਨਾਨਕ ਸਾ ਸੁਹਾਗਣ ਕੰਤੀ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਕਿ ਇਸ ਮਨੁੱਖਾ ਜਨਮ ਰੂਪੀ ਸਾਵਣ ਦੇ ਮਹੀਨੇ ਅਤੇ ਸ਼ੌਂਕ ਅਵਸਥਾ ਰੂਪ ਰੁੱਤ ਅੰਦਰ ਉਹ ਪਰਮਾਤਮਾ ਦੀ ਪ੍ਰਾਪਤੀ ਵਾਲੀ ਸੁਹਾਗਵੰਤੀ ਬੀਬੀ ਹੈ। ਫਿਰ ਕੈ ਅੰਕ ਸਮਾਵਾਏ। ਜੋ ਪਤੀ ਪਰਮਾਤਮਾ ਦੇ ਸਰੂਪ ਦੇ ਵਿੱਚ ਲੀਨ ਹੋ ਜਾਂਦੀ ਹੈ। ਪਾਦੋ ਭਰਮ ਭੁਲੇ। ਪਾਵਸ ਰੁੱਤ ਦੇ ਬਰਸਾਤ ਰੁੱਤ ਦੇ ਦੂਸਰੇ ਭਾਦਰੋਂ ਦੇ ਮਹੀਨੇ ਦੇ ਅਲੰਕਾਰ ਦੁਆਰਾ ਸਤਿਗੁਰੂ ਜੀ ਉਪਦੇਸ਼ ਬਖਸ਼ਦੇ ਨੇ ਕਿ ਜਿਵੇਂ ਪ੍ਰਤੱਖ ਵਿਛੋੜੇ ਵਾਲੀ ਇਸਤਰੀ ਕਹਿੰਦੀ ਹੈ ਕਿ ਮੈਂ ਇਸ ਸੁਹਾਵਣੇ ਮਹੀਨੇ ਅੰਦਰ ਵੀ ਭਰਮ ਦੇ ਵਿੱਚ ਭੁੱਲ ਰਹੀ ਭਾਵ ਪਤੀ ਦੀ ਸਾਰ ਨਾ ਜਾਣ ਸਕੀ। ਪਰ ਜੋ ਬਨ ਪਛਤਾਣੀ। ਹੁਣ ਭਰ ਜਵਾਨੀ ਵਿੱਚ ਪਤੀ ਦੇ ਵਿਛੋੜੇ ਕਰਕੇ ਪਛਤਾਪ ਕਰ ਰਹੀ ਹਾਂ। ਜਲ ਥਲ ਨੀਰ ਪਰੇ। ਵਰਖਾ ਰੁੱਤ ਵਿੱਚ ਜਲ ਵਾਲੀਆਂ ਥਾਵਾਂ ਅਤੇ ਖੁਸ਼ਕ ਥਾਵਾਂ ਸਭ ਪਾਣੀ ਨਾਲ ਭਰ ਜਾਂਦੀਆਂ ਹਨ। ਬਰਸ ਰੁੱਤੇ ਰੰਗ ਮਾਣੀ। ਐਸੀ ਆਨੰਦ ਵਾਲੀ ਵਰਖਾ ਰੁੱਤ ਵਿੱਚ ਪਤੀ ਵਾਲੀ ਇਸਤਰੀ ਉਸ ਦੀ ਆਨੰਦ ਨੂੰ ਮਾਨਣਾ ਕਰਦੀ ਹੈ। ਬਰਸੈ ਨਿਸਕਾਲੀ ਕਿਉਂ ਸੁਖ ਬਾਲੀ। ਇੱਕ ਤਾਂ ਬੱਦਲ ਵਰਸ ਰਹੇ ਹਨ ਉਤੋਂ ਕਾਲੀ ਬੋਲੀ ਰਾਤ ਹੈ। ਦਾਦਰ ਮੋਰ ਲਵੰਤੇ। ਫਿਰ ਡੱਡੂ ਤੇ ਮੋਰ ਬੋਲ ਰਹੇ ਨੇ ਉਹ ਐਵੇਂ ਡਰਾ ਰਹੇ ਨੇ ਫਜ਼ੂਲ ਦਾ ਹੀ ਬੜੀਆਂ ਹੋਰ ਤਰ੍ਹਾਂ ਦੀਆਂ ਆਵਾਜ਼ਾਂ ਕੱਢ ਕੱਢ ਕੇ। ਐਸੇ ਸਮੇਂ ਵਿੱਚ ਪਤੀ ਦੀ ਪ੍ਰਾਪਤੀ ਤੋਂ ਬਿਨਾਂ ਮੈਂ ਇਸਤਰੀ ਨੂੰ ਕਿਵੇਂ ਸੁਖ ਪ੍ਰਾਪਤ ਹੋਵੇ। ਕੱਲਾ ਤਾਂ ਦਰਖਤ ਵੀ ਮਾੜਾ ਗਿਣਿਆ ਜਾਂਦਾ ਹੈ। ਪ੍ਰਿਉ ਪ੍ਰਚਵੈ ਬਬੀਹਾਂ ਬੋਲੇ।
ਪਿਆਰਾ ਪਿਆਰਾ ਸ਼ਬਦ ਆਵਾਜ਼ ਕੱਢਦਾ ਉਚਾਰਦਾ ਹੋਇਆ ਬਬੀਵਾ ਵੀ ਬੋਲ ਰਿਹਾ ਹੈ। ਹੋਇ ਅੰਗਮ ਫਿਰ ਹਟ ਸੰਤੇ, ਅਤੇ ਸੱਪ ਵੀ ਡੰਗ ਦੇ ਫਿਰਦੇ, ਮੇਲਦੇ ਫਿਰਦੇ ਨੇ, ਡੰਗ ਮਾਰਦੇ ਫਿਰਦੇ ਹਨ। ਮੱਛਰ ਡੰਗ ਸਾਇਰ ਭਰ ਸੋਭਰਾ, ਮੱਛਰ ਵੀ ਡੰਗ ਮਾਰ ਰਹੇ ਨੇ। ਸਮੁੰਦਰ ਸਰੋਵਰ ਤਲਾ ਆਦਿਕ ਵੀ ਲਬਾ ਲਬ ਪਾਣੀ ਨਾਲ ਭਰੇ ਹੋਏ ਹਨ। ਬਿਨ ਹਰ ਕਿਉ ਸੁਖ ਪਾਈਆ, ਹਰੀ ਪਤੀ ਪਰਮੇਸ਼ਰ ਤੋਂ ਬਿਨਾਂ ਦੱਸੋ ਕਿਵੇਂ ਸੁਖ ਪਾਈਏ। ਭਾਵ ਨਹੀਂ ਪਾਇਆ ਜਾ ਸਕਦਾ। ਇਸੀ ਬਾਹਰੀ ਅਰਥ। ਹੁਣ ਅੰਤਰੀ ਵਰਤ ਸਰਵਣ ਕਰੋ। ਪਾਤੋ ਭਰਮ ਭੁਲੀ, ਇਹ ਮਨੁੱਖਾ ਸਰੀਰ ਰੂਪ ਭਾਦਰੋਂ ਦੇ ਮਹੀਨੇ ਅੰਦਰ ਜੋ ਜਗਿਆਸੂ ਰੂਪ ਇਸਤਰੀ ਦਵੈਤ ਭਾਵ ਕਰਕੇ ਭਰਮ ਦੇ ਵਿੱਚ ਭੁੱਲੀ ਹੋਈ ਹੈ। ਪਰ ਜੋ ਬਣ ਬਛਤਾਣੀ, ਆਸੁਰੀ ਸੰਪਦਾ ਰੂਪ ਜਵਾਨੀ ਨਾਲ ਭਰੀ ਹੋਣ ਕਰਕੇ ਪਰਮਾਤਮਾ ਨੂੰ ਪਤੀ ਦੇ ਵਿਛੋੜੇ ਕਰਕੇ ਪਛਤਾਤਾਪ ਕਰਦੀ ਰਹਿੰਦੀ ਹੈ। ਜਵਾਨੀ ਵਿੱਚ ਕਾਮ ਆਦਿਕਾਂ ਦਾ ਜ਼ੋਰ ਹੁੰਦਾ, ਇਸ ਕਰਕੇ ਆਸੁਰੀ ਸੰਪਦਾ ਜਵਾਨੀ ਰੂਪ ਕਰਕੇ ਕਥਨ ਕੀਤੀ ਹੈ। ਜਲ ਥਲ ਨੀਰ ਭਰੇ, ਜਲ ਵਾਲੀਆਂ ਥਾਵਾਂ ਦੀ ਤਰ੍ਹਾਂ ਗਿਆਨ ਇੰਦਰੇ, ਖੁਸ਼ਕ ਥਾਵਾਂ ਦੀ ਤਰ੍ਹਾਂ ਕਰਮ ਇੰਦਰੇ, ਸਾਰੇ ਵਿਸ਼ੇ ਰੂਪ ਪਾਣੀ ਨਾਲ ਭਰੇ ਹੋਏ ਹਨ। ਪਰਸ ਰੁੱਤੇ ਰੰਗ ਮਾਣੀ, ਐਸੀ ਦਵੈਤ ਵਾਲੀ, ਦਵੈਤ ਭਾਵ ਵਾਲੀ ਰੁੱਤ ਵਿੱਚ ਮੋਰੂ ਬੱਦਲ ਬਰਸ ਰਹੇ ਨੇ। ਜਾਂ ਪਾਸ਼ਾ ਜੀ ਫਰਮਾਉਂਦੇ ਹਨ, ਜਲ ਥਲ ਨੀਰ ਭਰੇ, ਗਿਆਨ ਇੰਦਰੇ ਜਲ ਦੀ ਤਰ੍ਹਾਂ ਤੇ ਕਰਮ ਇੰਦਰੇ ਖੁਸ਼ਕ ਜਗ੍ਹਾ ਦੀ ਤਰ੍ਹਾਂ ਵਿਸ਼ੇ ਰੂਪ ਪਾਣੀ ਦੇ ਨਾਲ ਭਰੇ ਪਏ ਹਨ। ਪਰਸ ਰੁੱਤੇ ਰੰਗ ਮਾਣੀ, ਕਾਮ ਕਰਮ ਰੂਪੀ ਬੱਦਲ ਪਦਾਰਥਾਂ ਨੂੰ ਵਰਖਾ ਕਰਕੇ ਬਰਸ ਰਹੇ ਨੇ। ਉਹਨਾਂ ਪਦਾਰਥਾਂ ਵਿੱਚ ਜਗਿਆਸੂ ਰੂਪ ਇਸਤਰੀ ਆਨੰਦ ਮਾਣ ਰਹੀ ਹੈ, ਰੱਬ ਨੂੰ ਭੁੱਲ ਬੈਠੀ ਹੈ। ਜਿੰਨੇ ਪਦਾਰਥ ਦਿੱਤੇ ਨੇ ਉਹਦਾ ਚੇਤਾ ਹੀ ਕੋਈ ਨਹੀਂ। ਦਾਤ ਪਿਆਰੀ ਵਿਸਰਿਆ ਦਾ ਧਰ, ਐਸੀ ਰੁੱਤ ਵਿੱਚ ਪਰਮਾਤਮਾ ਪਤੀ ਵਾਲੀ ਸੁਹਾਗਵੰਤੀ ਬੀਬੀ ਤਾਂ ਉਸ ਦੇ ਆਨੰਦ ਨੂੰ ਮਾਣਦੀ ਹੈ। ਹੱਬੇ ਢੋਲ ਸੁਹਾਵਣੇ ਸੋਹ ਬੈਠਾ ਅੰਗਣ ਮੱਲ। ਜੇ ਪਤੀ ਪਰਮੇਸ਼ਰ ਹਿਰਦੇ ਰੂ ਵਿਹੜੇ ਦੇ ਵਿੱਚ ਅੰਤःਕਰ ਰੂਪ ਲੰਘਾਂ ਨੂੰ ਮੱਲ ਕੇ ਤੇ ਇਹ ਸੋਹਣੀ ਹਿਰਦੇ ਦੀ ਸੇਜਾ ਤੇ ਬੈਠਾ ਹੋਇਆ ਸਾਖਿਆਤਕਾਰ ਹੋਇਆ ਹੈ ਤਾਂ ਸਾਰੇ ਪਦਾਰਥ, ਸਾਰਾ ਸੰਸਾਰ ਸੋਹਣਾ ਚੰਗਾ ਚੰਗਾ ਪ੍ਰਤੀਤ ਹੁੰਦਾ ਹੈ। ਬਰਸੈ ਨਿਸਕਾਲੀ ਕਿਉ ਸੁਖ ਬਾਲੀ, ਪਰ ਵਿਛੋੜੇ ਵਾਲੀ ਜੋ ਜਗਿਆਸੂ ਇਸਤਰੀ ਮੋਹ ਰੂਪੀ ਬੱਦਲ ਜਾਂ ਸਕਾਮ ਕਰਮ ਰੂਪੀ ਬੱਦਲ ਪਦਾਰਥ ਵਰਖਾ ਕਰਕੇ ਜੋ ਵਰਸ ਰਹੇ ਨੇ, ਅਵਸਥਾ ਰੂਪੀ ਰਾਤ ਹੈ। ਅਵਿਦਿਆ ਪਾਪਾਂ ਕਰਕੇ ਕਾਲੀ ਬੋਲੀ ਹੋ ਰਹੀ ਹੈ। ਸ਼ਾਸਤਰਾਂ ਦੇ ਸਾਧਨਾਂ ਦੇ ਸੰਸਕਾਰਾਂ ਤੋਂ ਰਹਿਤ ਅਗਿਆਤ ਜਗਿਆਸੂ ਰੂਪ ਇਸਤਰੀ ਆਤਮਕ ਆਨੰਦ ਰੂਪ ਸੁਖ ਨੂੰ ਕਿਵੇਂ ਪ੍ਰਾਪਤ ਕਰ ਸਕਦੀ ਹੈ। ਭਾਵ ਨਹੀਂ ਪ੍ਰਾਪਤ ਹੁੰਦਾ। ਦਾਤਰ ਮੋਰ ਲਵੰਤੇ, ਕਿਉਂਕਿ ਉਧਰੋਂ ਅਨੁਕੂਲ ਤੇ ਪ੍ਰਤੀਕੂਲ ਪਦਾਰਥਾਂ ਦੇ ਵਿੱਚ ਮਿਲ ਕੇ ਰਾਗ ਦਵੈਖ ਰੂਪ ਡੱਡੂ ਬੋਲ ਰਹੇ ਹਨ ਤੇ ਸੰਕਲਪ ਵਿਕਲਪ ਰੂਪ ਮੋਰ ਭੋਗਾਂ ਰੂਪ ਸੱਪਾਂ ਨੂੰ ਖਾਣ ਵਾਸਤੇ ਬੋਲ ਰਹੇ ਹਨ। ਪ੍ਰਚਵੈ ਬਬੀਹਾ ਬੋਲੇ, ਜਗਿਆਸੂ ਇਸਤਰੀ ਦਾ ਚੇਤਰੂ ਬਬੀਹਾ ਪਿਆਰਾ ਪਿਆਰਾ ਸ਼ਬਦ। ਇੱਥੇ ਸ਼ਬਦ ਅਰਥ ਹੈ ਆਵਾਜ਼। ਪਿਆਰੀ ਆਵਾਜ਼ ਉਚਾਰ ਕੇ ਅਭੇਦ ਬੋਧ ਰੂਪ ਸਵੰਤੀ ਬੂੰਦ ਵਾਸਤੇ ਬੋਲਦਾ ਵੀ ਹੈ। ਹੋਇ ਅੰਗਮ ਫਿਰ ਹਟ ਸੰਤੇ, ਪਰ ਮੋਰੂ ਬਦਲਾਂ ਕਰਕੇ ਬੂੰਦ ਦੀ ਪ੍ਰਾਪਤੀ ਨਹੀਂ ਹੁੰਦੀ।
ਅਤੇ ਕਾਮ ਕ੍ਰੋਧ ਰੂਪ ਸੱਪ ਡਸਦੇ ਫਿਰਦੇ ਹਨ। ਮੱਛਰ ਡੰਗ ਸਾਇਰ ਭਰ ਸੁਭਾਰਾ, ਈਰਖਾ ਰੂ ਮੱਛਰ ਡੰਗ ਮਾਰ ਰਹੇ ਨੇ। ਸੰਸਾਰ ਰੂਪ ਸਮੁੰਦਰ ਵਿਸ਼ੇ ਰੂਪ ਜਲ ਦੇ ਨਾਲ ਲਬਾਲਬ ਭਾਰਿਆ ਹੈ। ਬਿਨ ਹਰ ਕਿਉ ਸੁਖ ਪਾਈਆ, ਐਸੇ ਦੁੱਖ ਰੂਪ ਸੰਸਾਰ ਵਿੱਚ ਪਰਮਾਤਮਾ ਪਤੀ ਦੀ ਪ੍ਰਾਪਤੀ ਤੋਂ ਬਿਨਾਂ ਕਿਵੇਂ ਆਤਮਿਕ ਸੁਖ ਪਾਈਏ? ਭਾਵ ਸੁਖ ਪ੍ਰਾਪਤ ਨਹੀਂ ਹੋ ਸਕਦੇ। ਨਾਨਕ ਪੂਛ ਚਲੋ ਗੁਰ ਆਪਣੇ, ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਕਥਨ ਕਰਦੇ ਨੇ ਕਿ ਜਿਹੜੀ ਗੱਲ ਦਾ ਆਪ ਨੂੰ ਪਤਾ ਨਾ ਹੋਵੇ ਤਾਂ ਆਪਦੇ ਗੁਰੂ ਦੇ ਕੋਲੋਂ ਪੁੱਛ ਲੈਣੀ ਚਾਹੀਦੀ ਹੈ। ਗੁਰੂ ਤੇ ਪੀਰ ਹਮੇਸ਼ਾ ਹੀ ਸਿਆਣਾ ਹੁੰਦਾ ਹੈ। ਆਪਦੀ ਮਾਂ ਨੂੰ ਪੁੱਛੋ, ਆਪਦੇ ਪਿਓ ਨੂੰ ਪੁੱਛੋ, ਦਾਦੇ ਨੂੰ ਪੁੱਛੋ, ਕੋਈ ਸਿਆਣਾ ਬਜ਼ੁਰਗ ਹੈ ਉਸ ਨੂੰ ਪੁੱਛੋ। ਸੋ ਆਪਦੇ ਗੁਰੂ ਅਕਾਲ ਪੁਰਖ ਤੋਂ ਪੁੱਛ ਕੇ ਚੱਲਣਾ ਕਰੋ। ਗੁਰੂ ਨਾਨਕ ਸਾਹਿਬ ਦਾ ਗੁਰੂ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ, ਨਾਨਕ ਗੁਰ ਮਿਲਿਆ ਸੋਈ ਜੀਓ। ਅਕਾਲ ਪੁਰਖ ਵਾਹਿਗੁਰੂ ਜੀ ਹੈ। ਜਹ ਪ੍ਰਭ ਤਹੀਂ ਜਾਈਐ, ਜਿੱਥੇ ਪਰਮਾਤਮਾ ਆਪ ਵਸ ਰਿਹਾ ਹੈ ਉੱਥੇ ਹੀ ਗੁਰੂ ਦੇ ਉਪਦੇਸ਼ ਨੂੰ ਭਾਣਾ ਮੰਨ ਕੇ ਤੇ ਭਗਤੀ ਕਰਕੇ ਜਾਣਾ ਕਰੀਏ। ਅਸੁਨ ਆਉ ਪੇਰਾ, ਸਰਦ ਰੁੱਤ ਦੇ ਪਹਿਲੇ ਅੱਸੂ ਦੇ ਮਹੀਨੇ ਦੁਆਰਾ ਆ ਜਿਹੜਾ ਹੁਣ ਮਹੀਨਾ ਚੱਲ ਰਿਹਾ ਹੈ 16 ਤਰੀਕ ਦੀ ਸੰਗਰਾਂਦ ਲੰਘ ਕੇ ਗਈ ਹੈ। ਉਸੇ ਦਿਨ ਹੀ 10ਵੀਂ ਸੀਗੀ। ਅੱਸੂ ਦਾ ਮਹੀਨਾ 16 ਤਾਰੀਖ ਤੋਂ ਪ੍ਰਾਰੰਭ ਹੈ। ਅੱਜ 21 ਤਰੀਕ ਹੈ। 5 ਦਿਨ ਅੱਸੂ ਦਾ ਮਹੀਨਾ ਉੱਪਰ ਚਲਾ ਗਿਆ। ਇਹ ਸਰਦੀ ਰੁੱਤ ਦਾ ਪਹਿਲਾ ਮਹੀਨਾ ਹੈ। ਸਰਦੀ ਪ੍ਰਾਰੰਭ ਹੋਈ ਹੈ। ਸਤਿਗੁਰੂ ਜੀ ਇਸ ਵਿੱਚ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ ਉਹ ਪਤੀ ਦੇ ਵਿਛੋੜੇ ਵਾਲੀ ਇਸਤਰੀ ਸਾ ਧਨ ਚੋਰ ਮੋਈ, ਉਹ ਜਿਹੜੀ ਵਿਛੜੀ ਇਸਤਰੀ ਹੈ ਪਤੀ ਤੋਂ ਝੁਰ ਝੁਰ ਕੇ ਰੋਣੇ ਵਿੱਚ ਰੋ ਰੋ ਕੇ ਮਰਨ ਵਰਗੀ ਹੋ ਕੇ ਕਹਿੰਦੀ ਹੈ ਕਿ ਆਓ ਪਿਰਾ, ਹੇ ਪਰਦੇਸ ਗਏ ਪਤੀ ਤੁਸੀਂ ਹੁਣ ਤਾਂ ਆ ਜਾਵੋ। ਤਾਂ ਮਿਲੀਐ ਪ੍ਰਭ ਮੇਲੇ, ਹੇ ਪਤੀ ਪਰਮੇਸ਼ਰ ਜੇਕਰ ਤੂੰ ਆਪ ਆਪਣੇ ਨਾਲ ਮਿਲੇ ਤਾਂ ਹੀ ਤੇਰੇ ਨਾਲ ਮਿਲ ਸਕੀਦਾ ਹੈ। ਦੂਜੈ ਭਾਏ ਖੁਈ, ਮੈਂ ਤਾਂ ਦ્વੈਤ ਭਾਵ ਦੁਚਿੱਤੇ ਪੁਣੇ ਵਿੱਚ ਹੀ ਭੁੱਲੀ ਹੋਈ ਹਾਂ। ਝੂਠ ਵਿਗੁਤੀ ਤਾਂ ਫਿਰ ਮੁਕਤੀ, ਹੇ ਪਤੀ ਤੇਰੇ ਨਾਮ ਮਿਲਣ ਵਿੱਚ ਤੇਰਾ ਦੋਸ਼ ਨਹੀਂ ਹੈ, ਕਿਉਂਕਿ ਬਾਣੀ ਵਿੱਚ ਲਿਖਿਆ ਹੈ ਦਦਾ ਦੋਸ ਨਾ ਦੇਵੋ ਕਿਸ, ਦੋਸ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਣਾ। ਜਿਹੜੀ ਜਨਾਨੀ ਆਪਦੇ ਘਰ ਵਾਲੇ ਦੇ ਸਾਹਮਣੇ ਝੂਠ ਬੋਲਦੀ ਹੈ ਬਾਹਰ ਤਾਂ ਭਲਾ ਚੱਲ ਜਾਂਦਾ, ਘਰ ਵਾਲੇ ਕੋਲ ਨਹੀਂ ਚੱਲਦਾ, ਉਹ ਖਰਾਬ ਹੀ ਹੋ ਜਾਂਦੀ ਹੈ, ਜ਼ਿੰਦਗੀ ਉਹਦੀ ਬਰਬਾਦ ਹੋ ਜਾਂਦੀ ਹੈ। ਸੋ ਮੈਂ ਝੂਠ ਦੇ ਵਿੱਚ ਖਰਾਬ ਹੋ ਰਹੀ ਹਾਂ, ਤਾਂ ਹੀ ਤਾਂ ਤੂੰ ਮੈਨੂੰ ਛੱਡਿਆ ਹੋਇਆ। ਇਹ ਪਤੀ ਜੀ ਉਹ ਕਹੈ ਕਹਾਂ ਸੇ ਭੁਲੇ, ਆਪ ਜੀ ਨੇ ਇਤਨਾ ਲੰਮਾ ਸਮਾਂ ਪਰਦੇਸ ਵਿੱਚ ਲਾਇਆ ਕਿ ਇੱਥੇ ਪਿਲਸ਼ੀ ਸਰਕੜਾ ਤੇ ਕਾਈ ਦੇ ਫੁੱਲਾਂ ਬਰਾਬਰ ਮੇਰੇ ਕੇਸ ਵੀ ਚਿੱਟੇ ਹੋ ਰਹੇ ਨੇ। ਭਵਰ ਗਏ ਬਗ ਬੈਠੇ ਆਏ, ਕਾਲੇ ਕੇਸ ਭਵਰਿਆਂ ਦੀ ਤਰ੍ਹਾਂ ਚਲੇ ਗਏ, ਬਤੀਤ ਹੋ ਗਏ, ਤੇ ਹੁਣ ਜਿਹੜੇ ਬਗਲੇ ਦੀ ਤਰ੍ਹਾਂ ਚਿੱਟੇ ਕੇਸ ਆ ਗਏ ਹਨ। ਆਗੇ ਕਾਮ ਪਿਛੇ ਰੁੱਤ ਜਾਟਾ, ਪਹਿਲਾਂ ਜੇਠ ਹਾੜ ਦੀ ਲੰਘੀ ਰੁੱਤ ਵਿੱਚ ਬਹੁਤ ਤਪਸ਼ ਗਰਮੀ ਸੀ, ਤੇ ਹੁਣ ਪਿਛਲੀ ਰੁੱਤ ਆ ਹੁਣ ਸਰਦੀ ਦੀ, ਇਹਦੇ ਗਰਮੀ ਤੋਂ ਮਗਰੋਂ ਠੰਡ ਵਾਲੀ ਸਰਦ ਰੁੱਤ ਆ ਰਹੀ ਹੈ। ਜਾਡਾ ਨਾਮ ਹੈ ਠੰਡ ਦਾ, ਸਰਦੀ ਦਾ। ਦੇਖ ਜਲਤ ਮਨ ਡੋਲੇ, ਰੱਬ ਦੀ ਇਸ ਕੁਦਰਤ ਨੂੰ ਕਿ ਸਮਾਂ
ਤਬਦੀਲ ਹੁੰਦਾ ਜਾਂਦਾ ਹੈ। ਇਹ ਕੌਤਕ ਨੂੰ ਵੇਖ ਕੇ ਮੇਰਾ ਮਨ ਅਨਸਥਿਰ ਹੋ ਰਿਹਾ ਹੈ। ਤੈ ਦਿਸ ਸਾਖ ਹਰੀ ਹਰਿਆਵਲ, ਦਸੇ ਦਿਸ਼ਾਵਾਂ ਭਾਵ ਚਾਰ ਛਪੇਰੇ, ਹਰੀ ਖੇਤੀ, ਹਰੀਆਵਲ ਹਰਿਆਵਲਤਾ ਦੀ ਸਹਿਤ ਹੋ ਰਹੀ ਹੈ। ਸਹਿਜ ਪਕੈ ਸੋ ਮੀਠਾ, ਜੋ ਅੰਨ ਸੁਭਾਵਕ ਸਨੇ ਸਨੇ ਹੌਲੀ ਹੌਲੀ ਪੱਕਦਾ ਉਹੀ ਮਿੱਠਾ ਤੇ ਸਵਾਦਲਾ ਬਣਦਾ ਹੈ। ਮੈਂ ਗੋਰਿਆਂ ਦੇ ਦੇਸ਼ ਵਿੱਚ ਜਾ ਕੇ ਸਪੈਸ਼ਲ ਇਹ ਗੱਲ ਨੂੰ ਪਰਖਿਆ ਹੈ। ਵੇਖਣ ਨੂੰ ਸੇਬ ਬੜੇ ਮੋਟੇ ਤੇ ਲਾਲ ਸੁਰਖ ਦਿਖਣਗੇ, ਪਰ ਚੱਕ ਵੱਢੋ ਤੇ ਬਿਲਕੁਲ ਬੱਕ ਬਗੇ। ਇੰਡੀਆ ਦੇ ਸੇਬ ਭਾਵੇਂ ਵੇਖਣ ਨੂੰ ਸੁੱਕੇ ਜਿਹੇ ਹੋਣਗੇ, ਪਰ ਹੋਣਗੇ ਬੜੇ ਮਿੱਠੇ, ਕਿਉਂਕਿ ਆਪਦੀ ਰੁੱਤ ਮੁਤਾਬਕ ਆਪਦੇ ਸਮੇਂ ਮੁਤਾਬਕ ਪੱਕੇ ਨੇ। ਉੱਥੇ ਟੀਕੇ ਲਾ ਲਾ ਕੇ ਤੇ ਡੁਪਲੀਕੇਟ ਟੈਂਪਰੇਚਰ ਦੇ ਕੇ ਚੀਜ਼ਾਂ ਨੂੰ ਪਕਾਇਆ ਜਾਂਦਾ ਹੈ ਆਪਦੀ ਮਰਜ਼ੀ ਦੇ ਨਾਲ। ਜੋ ਬੰਦਾ ਆਪਦੀ ਮਰਜ਼ੀ ਨਾਲ ਕਰੇ ਕੁਦਰਤ ਦੇ ਨਿਯਮ ਤੋਂ ਉਲਟ, ਉਹਦੇ 'ਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ। ਕਜਾ ਕੁਦਰਤ ਦੀ ਮੌਸਮ ਦੇ ਨਾਲ ਚੀਜ਼ ਨੇ ਪੱਕਣਾ, ਕਜਾ ਆਪਦੀ ਮਰਜ਼ੀ ਨਾਲ ਟੈਂਪਰੇਚਰ ਦੇ ਕੇ ਪਕਾਉਣਾ। ਕੁਝ ਵੀ ਹੈ ਲਾ ਲਓ, ਸਮੇਂ ਤੋਂ ਪਹਿਲਾਂ ਤਾਂ ਕੁਛ ਵੀ ਚੰਗਾ ਨਹੀਂ। ਤੋ ਜਿਹੜਾ ਅੰਨ ਹੌਲੀ ਹੌਲੀ ਕਣਕ, ਝੋਨਾ, ਧਾਨ, ਚਾਵਲ ਕੁਛ ਵੀ ਹੈ, ਮੱਕੀ ਆਦਿ ਹੌਲੀ ਹੌਲੀ ਪੱਕਦੇ ਉਹੀ ਮਿੱਠੇ ਤੇ ਸਵਾਦਲੇ ਬਣਦੇ ਹਨ। ਇਸੇ ਪ੍ਰਕਾਰ ਇਹ ਤਾਂ ਸੀ ਬਾਹਰੀ ਅਰਥ। ਹੁਣ ਅੰਤਰੀਵ ਅਰਥ ਸਰਵਣ ਕਰੋ। ਸੁਣਿਆਓ ਪਿਰਾ, ਹਰੀ ਦੀ ਪ੍ਰਾਪਤੀ ਦੀ ਆਸਾ ਰੂ ਪਸੂ ਦਾ ਮਹੀਨਾ ਹੈ। ਇਸ ਵਿੱਚ ਸਾ ਧਨ ਚੂਰ ਮੋਈ, ਉਹ ਜਿਹੜੀ ਜਗਿਆਸੂ ਰੂਪ ਇਸਤਰੀ ਕਹਿੰਦੀ ਹੈ ਕਿ ਮੈਂ ਪ੍ਰਭੂ ਪਤੀ ਦੇ ਵਿਛੋੜੇ ਕਰਕੇ ਝੁਰ ਝੁਰ ਕੇ ਮਰ ਰਹੀ ਹਾਂ। ਆਓ ਫਿਰਾ, ਹੇ ਪਤੀ ਪਰਮਾਤਮਾ ਹੁਣ ਤਾਂ ਆ ਜਾਓ ਜੀ, ਆ ਕੇ ਸਾਖਿਆਤਕਾਰ ਹੋ ਜਾਓ। ਹੁਣ ਤਾਂ ਮੈਂ ਬੁੱਢਾ ਹੋ ਗਿਆ। ਧੰਨ ਬਾਬਾ ਫਰੀਦ ਸਾਹਿਬ ਜੀ ਦਾ ਬਚਨ ਹੈ, ਬੁੱਢਾ ਹੋਆ ਸੇਖ ਬਰੀਦ ਕੰਬਨ ਲੱਗੀ ਦੇ, ਜੇ ਸੋ ਵਰਿਆ ਜੀਵਨਾ ਵੀ ਤਨ ਹੋ ਸੀਖੇ, ਤਨ ਸੁੱਕਾ ਪਿੰਜਰ ਥੀਆ। ਤੇਰਾ ਨਾਮ ਜਪਦਿਆਂ ਜਪਦਿਆਂ ਹੁੰਦਾ ਸਰੀਰ ਵੀ ਸੋਕੇ ਪਿੰਜਰੇ ਦੀ ਤਰ੍ਹਾਂ ਹੋ ਗਿਆ। ਤਲੀਆਂ ਖੁੰਡਾ ਹੈ ਕਾਗ, ਕਾਵਾਂ ਨੇ ਤਲੀਆਂ ਜੋ ਮਾਸ ਚੁੰਡ ਲਿਆ ਹੈ। ਇਹ ਦੋਏ ਨੈਣਾ ਮਤ ਛੋਹੋ ਫਿਰ ਦੇਖਣ ਕੀ ਆਸ। ਹੁਣ ਦੀ ਅੱਖਾਂ ਦੇ ਡੇਲਿਆਂ ਨੂੰ ਵੀ ਉਹ ਚੁੰਝ ਮਾਰਨ ਲੱਗ ਪਏ ਨੇ। ਇਹ ਪਤੀ ਪਰਮਾਤਮਾ ਤੇਰੇ ਦਰਸ਼ਨਾਂ ਦੀ ਇੱਛਾ ਜੇ ਵੀ ਮੇਰੇ ਮਨ ਵਿੱਚ ਹੈ। ਹੁਣ ਤਾਂ ਮਿਲ ਪਾ ਮਹਾਰਾਜ, ਤਾਂ ਮਿਲਿਆ ਪ੍ਰਭ ਮਿਲੇ। ਇਹ ਪਰਮਾਤਮਾ ਜੇਕਰ ਤੂੰ ਆਪ ਖੁਦ ਆਪਣੇ ਨਾਲ ਮਿਲਣਾ ਕਰੇ ਤਾਂ ਹੀ ਤੇਰੇ ਨਾਲ ਮਿਲੀਦਾ ਹੈ। ਜਾਂ ਮਹਾਤਮਾ ਰੂਪ ਸਖੀ ਕਹਿੰਦੀ ਹੈ ਕਿ ਜੇਕਰ ਪਰਮਾਤਮਾ ਆਪ ਤੈਨੂੰ ਕੁਸੰਗਤ ਵਿਸ਼ਿਆਂ ਵੱਲੋਂ ਰੋਕ ਕੇ ਆਪਣੇ ਨਾਲ ਮਿਲਣਾ ਕਰੇ ਤਾਂ ਹੀ ਉਸ ਨਾਲ ਮਿਲ ਸਕਦੀ ਹੈ। ਦੂਜਾ ਭਾਏ ਖੁਈ, ਪਰ ਤੂੰ ਤਾਂ ਦਵੈਤ ਭਾਵ ਦੇ ਵਿੱਚ ਪਤੀ ਪਰਮਾਤਮਾ ਦੇ ਸਰੂਪ ਦੇ ਵੱਲੋਂ ਭੁੱਲ ਰਹੀ ਹੈ। ਝੂਠ ਵਿਗੁਤੀ ਤਾਂ ਫਿਰ ਮੁੱਤੀ, ਝੂਠ ਆਦਿਕ ਅਸ਼ੁਭ ਗੁਣਾਂ ਕਰਕੇ ਖਰਾਬ ਜੀਵਨ ਵਾਲੀ ਹੋ ਰਹੀ ਹੈ। ਤਾਂ ਹੀ ਤਾਂ ਔਗਣ ਹਰੀ ਜਾਣ ਕੇ ਪਤੀ ਪਰਮਾਤਮਾ ਨੇ ਤੈਨੂੰ ਛੱਡ ਦਿੱਤਾ ਹੈ। ਉਹ ਕਹ ਕਾਹ ਸੇ ਭੁਲੇ, ਪਿਲਸ਼ੀ ਤੇ ਕਾਈ ਦੇ ਫੁੱਲਾਂ ਜਿਹੇ ਤੇਰੇ ਕੇਸ ਵੀ ਚਿੱਟੇ ਹੋ ਰਹੇ ਨੇ, ਜਾਂ ਪਿਲਸ਼ੀ ਦੀ ਤਰ੍ਹਾਂ ਕੇਸ ਤੇ ਕਾਹੀ ਦੀ ਤਰ੍ਹਾਂ ਦਾੜੀ ਚਿੱਟੀ ਹੋ ਰਹੀ ਹੈ। ਭਾਵ ਬਿਰਧ ਅਵਸਥਾ ਛਾਲਾਂ ਮਾਰਦੀ ਆ ਰਹੀ ਹੈ। ਅੱਗੇ ਕਾਮ ਪਿਛੈ ਰੁੱਤ ਜਾਡਾ, ਪਹਿਲਾਂ ਤੇਰੀ ਜਵਾਨੀ ਦੀ ਅਵਸਥਾ ਰੂਪ ਜਿਹੜੀ ਰੁੱਤ ਉਹਦੇ ਵਿੱਚ ਅਗਿਆਨ ਦੇ ਸੂਰਜ ਕਰਕੇ ਤ੍ਰਿਸ਼ਨਾ ਦੀ ਧੁੱਪ ਪੈ ਰਹੀ ਸੀ, ਤੇ ਹੁਣ ਪਿਛਲੀ ਢਲਦੀ ਜਵਾਨੀ ਯਾਨੀ ਬਿਰਧ ਅਵਸਥਾ ਰੂਪ ਰੁੱਤ ਵਿੱਚ ਜੜਤਾ ਰੂਪ ਪਾਲਾ ਪੈਣ ਲੱਗ ਜਾਵੇਗਾ।
ਅਤੇ ਦੇਖ ਚਲਤ ਮਨ ਡੋਲੇ। ਬਿਰਧ ਅਵਸਥਾ ਦੇ ਕੌਤਕ ਦੇਖ ਕੇ ਮਨ ਡੋਲਦਾ ਹੈ ਕਿ ਹੁਣ ਸਾਧਨ ਵੀ ਨਹੀਂ ਹੋ ਸਕਦੇ ਹਨ। ਇਸ ਕਰਕੇ ਇੱਕ ਆਸ ਹੈ, ਉਹ ਕਹਿੰਦੀ ਹਾਂ ਦਹਿ ਦਿਸ ਸਾਖ ਹਰੀ ਹਰਿਆਵਲ। ਦਸ਼ੇ ਦਸ਼ਾਵਾਂ ਵਿੱਚ ਵੇਦ ਸ਼ਾਸਤਰ ਸਾਖਾਂ ਦੀ ਤਰ੍ਹਾਂ ਹਰੀ ਦੀ ਗਵਾਹੀ ਦਿੰਦੇ ਹਨ, ਜਾਂ ਭਗਤਾਂ ਦੇ ਹਿਰਦੇ ਹਰੀ ਦੇ ਸ਼ੁਭ ਗੁਣਾਂ ਦੀ ਖੇਤੀ ਨਾਲ ਹਰਿਆਵਲਤਾ ਦੇ ਸਹਿਤ ਹੋਏ ਹਨ। ਜਾਂ ਦਸੇ ਦਿਸ਼ਾਵਾਂ ਵਿੱਚ ਜੋ ਹਰੀ ਦੀ ਸਤਸੰਗਤ ਹੈ, ਇਹ ਖੇਤੀ ਦੀ ਤਰ੍ਹਾਂ ਹੈ। ਇਸ ਵਿੱਚ ਪਰਮੇਸ਼ਰ ਦੇ ਨਾਮ ਗੁਣਾਂ ਦੀ ਹਰਿਆਵਲਤਾ ਹੈ। ਸਹਿਜ ਪੱਕੈ ਸੋ ਮੀਠਾ। ਜੋ ਵੀ ਇਸ ਵਿੱਚ ਆ ਕੇ ਸਹਿਜੇ ਸਹਿਜੇ ਸਿਧਾਂਤ ਨੂੰ ਧਾਰਨ ਕਰਦਾ ਹੈ, ਉਹ ਨਾਮ ਦਾ ਅਭਿਆਸ ਕਰਦਾ ਹੈ। ਉਸ ਵਿੱਚ ਆਤਮਾ ਆਨੰਦ ਦਾ ਮਿੱਠਾ ਰਸ ਭਰ ਜਾਂਦਾ ਹੈ। ਜਾਂ ਜਿਸ ਦੀ ਸਾਧਨਾ ਦੀ ਅਵਸਥਾ ਪਰਪੱਕ ਹੋ ਜਾਂਦੀ ਹੈ, ਭਾਵ ਮਨ ਸਹਿਜ ਅਵਸਥਾ 'ਚ ਸਥਿਤ ਹੋ ਜਾਂਦਾ ਹੈ, ਉਸ ਦੇ ਅੰਦਰ ਮਿੱਠਾ ਗਿਆਨ ਪ੍ਰਾਪਤ ਹੋ ਜਾਂਦਾ ਹੈ। ਨਾਨਕ ਸੁਨ ਮਿਲਹੁ ਪਿਆਰੇ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਅਸੂ ਦੇ ਮਹੀਨੇ ਦੁਆਰਾ ਉਪਦੇਸ਼ ਕਥਨ ਕਰਦੇ ਨੇ, ਜਾਂ ਹੇ ਹਰੀ ਤੇਰੀ ਆਸਾ ਰੂਪ ਮਨੁੱਖਾ ਜਨਮ ਰੂਪ ਅਸੂ ਦੇ ਮਹੀਨੇ ਵਿੱਚ ਸਰਬ ਔਰ ਸੇ ਰਹਿਤ ਹੋ ਕੇ ਤੇਰਾ ਨਾਮ ਸਰਵਣ ਕਰਦੀ ਪਈ ਹਾਂ। ਹੇ ਪਿਆਰੇ ਤੂੰ ਮੈਨੂੰ ਮਿਲੋ, ਆ ਕੇ ਮਿਲਣਾ ਕਰੋ ਜੀ। ਸਤਿਗੁਰ ਭਈ ਬਸੀਠਾ। ਕਿਉਂਕਿ ਹੁਣ ਸਤਿਗੁਰੂ ਸਾਹਿਬ ਜੀ ਮੇਰੇ ਵਿਚੋਲੇ ਜੋ ਹੋ ਗਏ ਨੇ। ਜਾਂ ਹਰੀ ਦੀ ਆਸਾ ਰੂਪ ਅਸੂ ਦੇ ਮਹੀਨੇ 'ਚ ਜਿਨ੍ਹਾਂ ਨੂੰ ਗੁਰੂ ਰੂਪ ਵਕੀਲ ਪ੍ਰਾਪਤ ਹੋਏ ਨੇ, ਉਹ ਪਿਆਰੇ ਹਰੀ ਨਾਲ ਮਿਲਦੇ ਹਨ। ਕੱਤਕ ਕਿਰਤ ਪਿਆ। ਸਰਦ ਰੁੱਤ ਦੇ ਦੂਸਰੇ ਕੱਤਕ ਮਹੀਨੇ ਦੁਆਰਾ ਸਤਿਗੁਰੂ ਸਾਹਿਬ ਜੀ ਉਪਦੇਸ਼ ਬਖਸ਼ਦੇ ਨੇ। ਜਾਂ ਨਿਤ ਨਿਮਿਤ ਕਰਮਾਂ ਨੂੰ ਖੱਤਣ ਵਾਲਾ ਜੀਵ ਕੱਤਕ ਦੇ ਮਹੀਨੇ ਦੀ ਤਰ੍ਹਾਂ ਹੈ। ਇਸ ਦੇ ਹਿਰਦੇ ਰੂ ਮਸਤਕ ਉੱਪਰ ਉਹੀ ਕਰਮ ਪਿਆ ਹੈ ਜੋ ਪ੍ਰਭ ਪਾਇਆ। ਜਿਹੜਾ ਪਾਉਣਾ ਪਰਮਾਤਮਾ ਨੂੰ ਚੰਗਾ ਲੱਗਾ ਹੈ, ਜਾਂ ਜੋ ਜੀਵ ਪ੍ਰਭੂ ਨੂੰ ਚੰਗਾ ਲਗਾਇਆ, ਉਸ ਦੇ ਮੱਥੇ ਤੇ ਪ੍ਰਭੂ ਆਪਣੀ ਕੀਰਤਨ ਭਗਤੀ ਦਾ ਕਰਮ ਲਿਖ ਪਾਉਂਦਾ ਹੈ। ਜਿਵੇਂ ਕੱਤਕ ਦੇ ਮਹੀਨੇ ਵਿੱਚ ਕਈ ਲੋਕ ਦੀਵੇ ਬਣਾ ਕੇ ਜਗਾਉਂਦੇ ਜਾਂ ਪਾਣੀ ਵਿੱਚ ਤਾਰਦੇ ਹੁੰਦੇ ਨੇ, ਉਸੇ ਮਨਮਤ ਦਾ ਸੁਧਾਰ ਕਰਨ ਲਈ ਗੁਰਮਤਿ ਅਨੁਸਾਰ ਗੁਰੂ ਜੀ ਦੱਸਦੇ ਹਨ ਕਿ ਦੀਪਕ ਸਹਿਜ ਬਲ। ਉਸ ਦੇ ਹਿਰਦੇ ਅੰਦਰ ਸ਼ਾਂਤੀ ਪੂਰਵਕ ਗਿਆਨ ਰੂਪੀ ਦੀਵਾ ਜਗਾਉਂਦਾ ਹੈ। ਤਤ ਜਲਾਇਆ। ਅਤੇ ਉਸ ਦੀਵੇ ਵਿੱਚ ਵੇਦਾਂ ਸ਼ਾਸਤਰਾਂ ਦੀ ਸਿਧਾਂਤ ਸਾਰ ਪ੍ਰੇਮ ਰੂਪ ਤੇਲ ਪਾ ਕੇ ਬ੍ਰਹਮਾਕਾਰ ਬਿਰਤੀ ਰੂਪ ਬੱਤੀ ਤੇ ਗੁਰਾਂ ਦੀ ਸਿੱਖਿਆ ਰੂਪ ਸੀਖ ਨਾਲ ਤੀਲੀ ਨਾਲ ਜਲਾਉਣਾ ਕੀਤਾ ਹੈ। ਦੀਪਕ ਰਸ ਤੇਲੋ ਧਨ ਪੇਰ ਮੇਲੋ। ਜਿਨ੍ਹਾਂ ਨੇ ਐਸਾ ਗਿਆਨ ਰੂਪ ਦੀਵਾ ਤਤ ਸਾਰ ਗ੍ਰਹਿਣ ਰੂਪ ਪ੍ਰੇਮ ਰੂਪ ਤੇਲ ਪਾ ਕੇ ਜਲਾਉਣਾ ਕੀਤਾ ਹੈ, ਤਿਸ ਜਗਿਆਸੂ ਰੂਪ ਇਸਤਰੀ ਦਾ ਪਰਮਾਤਮਾ ਰੂਪ ਪਤੀ ਦੇ ਨਾਲ ਮਿਲਾਪ ਹੋ ਜਾਂਦਾ ਹੈ। ਧੰਨਿਓ ਮਾਹ ਸਰਸੀ। ਫਿਰ ਉਹ ਜਗਿਆਸੂ ਰੂਪ ਇਸਤਰੀ ਉਤਸ਼ਾਹ ਦੇ ਨਾਲ ਆਨੰਦ ਦੇ ਸਹਿਤ ਹੋ ਜਾਂਦੀ ਹੈ। ਜਾਂ ਮਨ ਕਰਕੇ ਉਤਸ਼ਾਹ ਤੇ ਤਨ ਕਰਕੇ ਆਨੰਦ ਵਾਲੀ ਹੋਈ ਹੈ। ਅਵਗਣ ਮਾਰੀ ਮਰੈ ਨ ਸੀਜੈ। ਜੋ ਜੀਵ ਰੂਪ ਇਸਤਰੀ ਕਾਮ ਗੁਰੂ ਅਦਾਦਿਕ ਗੁਨਾਹਾਂ ਦੀ ਮਾਰੀ ਭਾਵ ਦਵਾਈ ਹੋਈ ਹੈ, ਉਹ ਨਾ ਹੀ ਜੀਵਤ ਭਾਵ ਮਲੋਂ ਮਰਦੀ ਹੈ ਤੇ ਨਾ ਹੀ ਕਲਿਆਣ ਨੂੰ ਪ੍ਰਾਪਤ ਹੁੰਦੀ ਹੈ। ਗੁਣ ਮਾਰੀ ਤਾਂ ਮਰਸੀ। ਜਿਸ ਨੇ ਸ਼ੁਭ ਗੁਣਾ ਕਰਕੇ ਆਪਣੀ ਅਹੰਤਾ ਮਾਰ ਲਈ, ਨਿਵਰਤ ਕਰ ਲਈ ਹੈ, ਤਦ ਉਹੀ ਜੀਵਤ ਭਾਵ ਵੱਲੋਂ ਮਰਦੀ ਹੈ। ਨਾਮ ਭਗਤ ਦੇ ਨਿਜ ਘਰ ਬੈਠੇ। ਬੇਨਤੀ
करिए कि हे हरि जिन्होंने तू अपना नाम ते प्रेमा भगती देना कीती है वो अपने स्वै स्वरूप रूप घर दे विच स्थित हो गए हन। अज हो ते नाड़ी आसा ਹੁਣ तक मैनू बिरध अवस्था विच उन्हां महात्मा की इच्छा लगी हुई है कि जेकर हुण भी धन श्री गुरु अमरदास महाराज जी वांग श्री गुरु अंगद देव रूप महात्मा गुरु साहब जी मिल जान तो अजे भी मेरा पार उतारा हो सकता, क्योंकि 60 साल तो 2-3 साल पहले ही अजकल गौरमेंट रिटायर कर देंदी है तो बंदा जे चंगा भला होंदा है उन्होंने कुछ भी नहीं होया होंदा। मतलब रिटायरमेंट तो बाद भी आप वेले हैं बिल्कुल बाल बच्चों वालों भी सब कामां कारां वालों जे माड़ा फड़ लईए तो लक बन के गुरु घर की सेवा में जुट जाइए तो बथेरी उम्र जे 40 साल 100 साल तक बंदा किते जांदा नहीं। तो इस वास्ते चंगा भला होवे नशियां पतियां तो रहत महाराज चढ़दी कला करदा रब की कृपा होवे। धन गुरु अमरदास महाराज सच्चे पातशाह ने आपकी मर्जी नाल 6 साल गुरु रामदास जी नूं अरदास कीते सीगे। पुराने बजुर्ग जिन्हां हल वाया इन्ने हड्ड गोडे उन्हां दे पक्के तुर तुर के वेखो गंगा ते जांदे रहे, दुध घिओ मलाइयां खा के कसरतां करके काम कर करके ते शरीर नूं जिन्हां ने कमाया है ते रब की कृपा। फरीद साहब भी बड़ा वड्डा जवान सीगा, देखो करंग बन गया कहते शरीर पर दिल नहीं छड्डिया। तो मेरे वर्गे उन्हों माड़ा जा कोई खंघ जुकाम लग जाए लोग ही नहीं जीण दिंदे, आखे जी करोना हो गया। हुण भी तो खंघ जुकाम लगते, हुण करोना कित्थे गया। तो इस वास्ते छोटी जी गल तो दिल घबरा जाता भी पता नहीं कितने फतेह ना बुला जाइए, डर जाइदा। वो जिहड़ा ना डरे दुनिया वाधू डरा दिंदी है। तो इस वास्ते महाराज सच्चे पातशाह कोई नहीं जे बुजुर्ग अवस्था आ गई है तो अजे भी तेरे मिलने की सानू आसा है, इच्छा लगी हुई है कि जे हुण भी तू कृपा करे साथों कुछ करा ले भले दा काम ते हुण भी जे तेनू मिल जाइए साडा पार उतारा हो सकता है। बंदे नू आशा नहीं छड्डनी चाहिए, दिल नहीं छड्डना चाहिए, मरदे दम तक। निहंग सिंह वेखो जकारे छड्डदे रहिंदे ने, चढ़दी कला च रहना चाहिए है। नानक मिला हो कपट दर खोला हो। सतगुरु नानक देव महाराज साहब जी कथन करदे, हे परमात्मा खोल कपट गुर मेलिया। आ हुणे अरदासीए ने दरवाजा खोलिया, रब ने चानण किया है तो सानू चानण का लुत्फ लेना चाहिए। दिने भी दरवाजे बंद करके बैठे रहो, एसी का है ही बीमारी का घर, जिन्ना तो बचिया जाए। हुण सोहना मौसम एसी नूं भला बंद करो तो दरवाजा खोल के कुदरत के मौसम का आनंद लैण का सुभाव होना चाहिए है। तो इस वास्ते तंदुरुस्ती की निशानी है। कपट का मतलब है दरवाजा। दरवाजा खोल के महाराज के दर दे विचों प्रवेश करके आके गुरु साहब नूं मिलो। गुरुद्वारे के दरवाजे हमेशा खुले रहने चाहिए ने। जिंदरे दा तां गुरु अमरदास महाराज जी के घर नामो निशान नहीं सीगा, आ तां हुण ही आपां लॉक लाग जे लाउण लग पए आ। पुराने टाइम की हुंदा सी, वो माड़ा जा बाला ला के गेट रख देने, इस तरह के दरवाजे हुंदे सीगे चढ़दी कला वाले। तो गुरु महाराज गुरु अमरदास जी ने उत्थे खुला लंगर चलाया, कथा कीर्तन का नाम अभ्यास का भी ते प्रतख भी, ते लौक नहीं कोई लाया। इउं दरवाजियां का मतलब है भी खुले, बाकी गुरु घर दे विच जिधर दी मर्जी कोई प्रवेश करे। हरमंदिर साहब चारे दरवाजे खुले ने। तो इस वास्ते खोल कपट गुर मेलिया। सलोक दर्शन 82 दिन रात चितवों अनदिन नीत। खोल कपट गुर मेलिया नानक हर संग मीत। दरवाजे किहड़े ने की समझिया आपने?
ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰਦੁਆਰਾ ਕਿਹੜਾ? ਹਰਮੰਦਰ ਕਿਹੜਾ? ਹਰਮੰਦਰ ਇਹੋ ਸਰੀਰ ਹੈ। ਦਰਵਾਜ਼ੇ ਕਿਹੜੇ ਨੇ? ਆ ਮੁੱਖ ਦਰਵਾਜ਼ਾ ਹੈ, ਅੱਖਾਂ ਦਰਵਾਜ਼ੇ ਨੇ, ਕੰਨ ਦਰਵਾਜ਼ੇ ਨੇ। ਕਮ ਸੇ ਕਮ ਜਿਹੜੇ ਉੱਪਰ ਲੱਗੇ ਨੇ ਦਰਵਾਜ਼ਿਆਂ ਦੀ ਤਰ੍ਹਾਂ ਇਹਨਾਂ ਨੂੰ ਤਾਂ ਖੋਲੋ। ਅੱਖਾਂ ਖੋਲ ਕੇ ਮਹਾਰਾਜ ਦੇ ਦਰਸ਼ਨ ਕਰੋ। ਕੰਨਾਂ ਦੀ ਜਿਹੜੀ ਬਿਰਤੀ ਹੈ ਉਹ ਮਹਾਰਾਜ ਦੇ ਕੀਰਤਨ ਕਥਾ ਵੱਲ ਰੱਖੋ। ਮੁਖ ਖੋਲ ਕੇ ਰਸਨਾ ਨੂੰ ਹਿਲਾਓ, ਵਾਹਿਗੁਰੂ ਵਾਹਿਗੁਰੂ ਦਾ ਜਾਪ ਜਪੋ ਤੇ ਤਾਂ ਹੀ ਅੰਦਰ ਵੜੋਗੇ। ਜੇ ਦਰਵਾਜ਼ੇ ਨਹੀਂ ਖੁੱਲੇ ਤੇ ਅੰਦਰ ਵੜ ਕੇ ਮਹਾਰਾਜ ਨੂੰ ਦੇਖੋਗੇ ਕੀ? ਤੋ ਇਸ ਲਈ ਜਿਹੜੀਆਂ ਗਿਆਨ ਇੰਦਰੀਆਂ ਨੇ ਇਹਨਾਂ ਨੂੰ ਖੋਲ ਕੇ ਅੰਤःਕਰਨ ਦੇ ਵਿੱਚੋਂ ਰੱਬ ਦੇ ਦਰਸ਼ਨ ਪਾਉਣਾ ਕਰੋ। ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਲੌਜਿਕ ਦਿੱਤਾ ਹੈ। ਇਹ ਜੋ ਕਥਾ ਹੈ ਗੁਰੂ ਨਾਨਕ ਸਾਹਿਬ ਜੀ ਸੁਣਾ ਰਹੇ ਨੇ। ਏਕ ਘੜੀ ਖਟ ਮਾਸਾ। ਸਤਿਗੁਰੂ ਨਾਨਕ ਦੇਵ ਮਹਾਰਾਜ ਕਥਨ ਕਰਦੇ ਕਿ हे ਪ੍ਰਮਾਤਮਾ, ਸਾਡੇ ਛਲ ਰੂਪ ਦਰਵਾਜ਼ੇ ਖੋਲ੍ਹਣਾ ਕਰੋ, ਜਾਂ ਸਾਡੇ ਦਰ ਅੰਦਰੋਂ ਪੰਜਾਂ ਕੋਸ਼ਾਂ ਜਾਂ ਆਸਾ ਅੰਦੇਸਾ ਦੋਏ ਪਟ ਜੜੇ ਇਹ ਤਖਤੇ ਖੋਲ੍ਹਣਾ ਕਰੋ ਤੇ ਛੇਤੀ ਛੇਤੀ ਸਾਨੂੰ ਮਿਲਣਾ ਕਰੋ, ਕਿਉਂਕਿ ਤੇਰੇ ਤੋਂ ਬਿਨਾਂ ਇੱਕ ਘੜੀ ਦਾ ਵਕਤ ਵੀ 6 ਮਹੀਨਿਆਂ ਵਰਗਾ ਲੱਗਦਾ ਹੈ। ਮੰਗਰ ਮਾਹੋ ਭਲਾ। ਸੀਸੀਅਰ ਰੁੱਤ ਦਾ ਪਹਿਲਾ ਮੱਘਰ ਦਾ ਮਹੀਨਾ ਜਿਹਦੇ ਚ ਬਰਫ਼ ਪੈਂਦੀ ਹੈ, ਉਹਨਾਂ ਲਈ ਚੰਗਾ ਹੈ। ਹਰ ਗੁਣ ਅੰਕ ਸਮਾਵਾਏ। ਜਿਨ੍ਹਾਂ ਦੇ ਹਿਰਦੇ ਵਿੱਚ ਹਰੀ ਪਰਮੇਸ਼ਰ ਦੀ ਪ੍ਰਾਪਤੀ ਦੇ ਗੁਣ ਸਮਾ ਰਹੇ ਹਨ, ਇਸੇ ਪ੍ਰਕਾਰ ਘਰ ਮਾਹੋ ਭਲਾ। ਮੇਰਾ ਘਰ ਸਰੀਰ ਪਾ ਮਨੁੱਖਾ ਜਨਮ ਮਾਹੋ ਅਤਿਸ਼ੇ ਕਰਕੇ ਜਾਂ ਮਾਹੋ ਉਤਕ੍ਰਿਸ਼ਟ ਭਾ ਬਹੁਤ ਭਲਾ ਸ੍ਰੇਸ਼ਟ ਹੈ। ਅਰਥਾਤ ਮੇਰਾ ਮਨੁੱਖਾ ਜਨਮ ਰੂ ਮੱਘਰ ਦਾ ਮਹੀਨਾ ਹੋਰਨਾਂ ਜੂਨਾਂ ਤੋਂ ਅਤਿਅੰਤ ਸ੍ਰੇਸ਼ਟ ਹੈ। ਹਰ ਗੁਣ ਅੰਕ ਸਮਾਵਾਏ। ਜਿਸ ਵਿੱਚ ਹਿਰਦੇ ਅੰਦਰ ਪਰਮੇਸ਼ਰ ਦੇ ਗੁਣ ਤੇ ਨਾਮ ਸਮਾ ਜਾਂਦਾ ਹੈ। ਗੁਣਵੰਤੀ ਗੁਣ ਰਵਾ। ਗੁਣਾਂ ਵਾਲੀ ਮਹਾਤਮਾ ਰੂਪ ਇਸਤਰੀ ਪਤੀ ਪਰਮਾਤਮਾ ਦੇ ਗੁਣ ਉਚਾਰਨ ਕਰਦੀ ਰਹਿੰਦੀ ਹੈ। ਮੈਂ ਫਿਰ ਨਿਹ ਚੱਲ ਪਾਵਾਂ। ਜਗਿਆਸੂ ਇਸਤਰੀ ਆਖਦੀ ਹੈ ਕਿ ਮੈਨੂੰ ਵੀ ਅਚਲ ਸਰੂਪ ਪਰਮਾਤਮਾ ਪਤੀ ਪਾਉਂਦਾ ਹੈ। ਨਿਹ ਚੱਲ ਚਤੁਰ ਸੁਜਾਨ ਵਿਦਾਤਾ। ਉਹ ਕਰਮਾਂ ਅਨੁਸਾਰ ਫਲ ਪ੍ਰਦਾਤਾ, ਸੁਜਾਨ ਅੰਤਰਜਾਮੀ, ਵਿਵਹਾਰਾਂ ਨੂੰ ਚਲਾਉਣ ਵਾਲਾ ਚਤੁਰ, ਜੜਤਾ ਤੋਂ ਰਹਿਤ ਅਤੇ ਅਚਲ ਸਰੂਪ ਹੈ। ਚੰਚਲ ਜਗਤ ਸਵਾਇਆ। ਬਾਕੀ ਸਾਰਾ ਸੰਸਾਰ ਹੀ ਚਲਾਈਮਾਨ ਹੈ। ਗਿਆਨ ਧਿਆਨ ਗੁਣ ਅੰਕ ਸਮਾਣੇ। ਜਿਨ੍ਹਾਂ ਮਹਾਤਮਾ ਦੇ ਹਿਰਦੇ ਵਿੱਚ ਨਿਰਗੁਣ ਸਰੂਪ ਦਾ ਗਿਆਨ, ਸਰਗੁਣ ਸਰੂਪ ਦਾ ਧਿਆਨ ਤੇ ਸਤ ਸੰਤੋਖ ਆਦਿ ਗੁਣ ਸਮਾਏ ਹੋਏ ਹਨ, ਪ੍ਰਭ ਭਾਣੇ ਤਾਂ ਪਾਇਆ। ਉਹ ਪ੍ਰਭੂ ਨੂੰ ਭਾ ਗਏ ਨੇ ਤੇ ਪ੍ਰਭੂ ਉਹਨਾਂ ਨੂੰ ਭਾ ਗਿਆ ਹੈ। ਗੀਤ ਨਾਦ ਕਵਿਤ ਕਵੇ ਸੁਣ। ਕਵਿਤ ਬਹੁ ਵਚਨ। ਉਹ ਮਹਾਤਮਾ ਇਸਤਰੀ ਦਾ ਸੰਸਾਰੀ ਗੀਤ ਨਾਦ ਬਾਜੇ, ਕਵੇ ਕਵੀਆਂ ਦੀ ਕਵਿਤ ਕਵਿਤਾਵਾਂ ਦੇ ਸ਼ਰਵਣ ਕਰਨ ਤੋਂ ਬਿਨਾ ਰਾਮ ਨਾਮ ਦੁਖ ਭਾਗਾ। ਪਰਮੇਸ਼ਰ ਦੇ ਨਾਮ ਵਿੱਚ ਜੁੜਨ ਨਾਲ ਜੰਮਨ ਮਰਨ ਦਾ ਦੁੱਖ ਭੱਜ ਜਾਂਦਾ ਹੈ। ਇਸੇ ਪ੍ਰਕਾਰ ਗੀਤ ਨਾਦ ਕਵਿਤ ਕਵੇ ਸੁਣ। ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਉਣ ਕਰਕੇ, ਗੁਰਾਂ ਦੇ ਸ਼ਬਦ ਦਾ ਕੀਰਤਨ ਕਰਨ ਨਾਲ, ਦੇਵੀ ਕਵੀਆਂ ਦੀ ਮਿਲਾਵਟਾਂ ਵਾਲੀ ਕਵਿਤਾ ਨੂੰ ਸ਼ਰਧਾ ਦੇ ਭਰੋਸੇ ਰੂਪ ਕੰਨਾਂ ਨਾਲ ਸਰਵਣ ਕਰਕੇ ਰਾਮ ਨਾਮ ਦੁਖ ਭਾਗਾ। ਰਸਨਾ ਨਾਲ ਰਮੰਤੀ ਸਾ ਰਾਮ ਪਰਮਾਤਮਾ ਦਾ ਨਾਮ ਉਚਾਰ ਕੇ ਦੁੱਖ ਭੱਜ ਜਾਂਦਾ ਹੈ। ਕੌੜੀ ਮਹੱਲਾ ਪੰਜਵਾ। ਦੁਖ ਭੰਜਨ ਤੇਰਾ ਨਾਮ ਜੀ, ਦੁਖ ਭੰਜਨ ਤੇਰਾ ਨਾਮ,
आठ पहर आराधी है पूरन सदगुर ज्ञान। इसी प्रकार गीत नाद कवत कवे सुन। गीत भाव जस गाउण वाले, नाद भाव शब्द गाउण वाले कीर्तनीय, कविता उचारण वाले कवि, कविशर आदਿਕ ਦਾ राम नाम दुख भागै। राम नाम जप के ही विछोड़े का दुख निवृत्त होया है। राम नाम सारिਆਂ ਨੂੰ ਜਪਣ ਦੀ ਆਗਿਆ, ਨਿਤਨੇਮ ਸਾਰੇ ਹੀ ਕਰਨ। नानक सा धन राह प्यारी। सतगुरु नानक देव साहब जी महाराज मगर ਦੇ ਮਹੀਨੇ ਦੁਆਰਾ ਕਥਨ ਕਰਦੇ ਨੇ कि ਉਹ ਮਹਾਤਮਾ ਰੂਪ ਇਸਤਰੀ ਪਰਮਾਤਮਾ ਪਤੀ ਨੂੰ ਪਿਆਰੀ ਲੱਗਦੀ ਹੈ। ਅਬ ਭਗਤੀ ਪਿਰ ਆਗਾ। ਜਿਹੜੀ ਅਬ ਹਿਰਦੇ ਵਿੱਚੋਂ ਭਗਤੀ ਕਰਕੇ ਪਤੀ ਪਰਮਾਤਮਾ ਦੇ ਅੱਗੇ ਭੇਟ ਰੱਖਦੀ ਹੈ, ਜਾਂ ਪਤੀ ਦੇ ਸਨਮੁਖ ਹੋ ਕੇ ਹਿਰਦੇ ਵਿੱਚੋਂ ਪਰਮਾਤਮਾ ਦੀ ਪ੍ਰੇਮਾ ਭਗਤੀ ਕਰਦੀ ਹੈ। ਭੂਖ ਤੁਖਾਰ ਪੜੈ। ਤੁਖਾਰ ਨਾਮ ਬਰਫ ਦਾ ਹੈ। ਸੀਸੀਅਰ ਰੁੱਤ ਦੇ ਦੂਜੇ ਪੋਹ ਦੇ ਮਹੀਨੇ ਦੁਆਰਾ ਸਤਿਗੁਰੂ ਜੀ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ ਪੋਹ ਦੇ ਮਹੀਨੇ 'ਚ ਬਰਫ ਪੈਂਦੀ ਹੈ। ਵਾਣ ਤ੍ਰਣ ਰਸ ਸੁਖਾ। ਜੋ ਜੰਗਲਾਂ ਤੇ ਬ੍ਰਿਕਸ਼ਾਂ ਦੇ ਘਾਦਿਕ ਦਾ ਰਸ ਸੋਖ ਲੈਂਦੀ ਹੈ। ਇਸੇ ਪ੍ਰਕਾਰ ਤੁਖਾਰ ਪੜੈ। ਜਿਹੜੀ ਬਿਰਧ ਅਵਸਥਾ ਹੈ ਇਹ ਪੋਹ ਦਾ ਮਹੀਨਾ ਹੈ, ਜਿਸ ਵਿੱਚ ਜੜਤਾ ਬਿਰਤੀ ਰੂਪ ਬਰਫ ਪੈ ਰਹੀ ਹੈ। ਵਾਣ ਤ੍ਰਣ ਰਸ ਸੁਖਾ। ਜੋ ਵਣ ਦੀ ਤਰ੍ਹਾਂ ਸਰੀਰ ਤੇ ਤ੍ਰਿਣ ਦੀ ਤਰ੍ਹਾਂ ਇੰਦਰੀਆਂ ਦਾ ਬਲ ਰੂਪ ਰਸ ਸੋਖ ਲੈਂਦੀ ਹੈ, ਸੁਕਾ ਦਿੰਦੀ ਹੈ। ਫਰੀਦਾ ਇੰਨੀ ਨਿੱਕੀ ਜੰਗੀ ਹੈ, ਇਹਨਾਂ ਛੋਟੀਆਂ ਛੋਟੀਆਂ ਲੱਤਾਂ ਦੇ ਨਾਲ ਥਲ ਡੂਗਰ ਭਰਿਓ ਖੁਸ਼ਕ ਜਗ੍ਹਾ ਕੀ ਪਹਾੜ ਕੀ ਸਭ ਗਾਹ ਮਾਰੇ। ਨੇਪਾਲ ਕੀ ਤੇ ਇਧਰ ਲੇਹ ਲਦਾਖ ਕੀ ਕੋਈ ਜਗ੍ਹਾ ਸੀ ਛੱਡੀ ਨਹੀਂ ਜਿੱਥੇ ਨਾ ਗਏ ਹੋਈਏ। ਕੈਨੇਡਾ, ਅਮਰੀਕਾ, ਇੰਗਲੈਂਡ, ਮਰ 7 ਸਮੁੰਦਰਾਂ ਤੋਂ ਪਾਰ ਛੋਟੀਆਂ ਛੋਟੀਆਂ ਲੱਤਾਂ ਦੇ ਨਾਲ ਬੜੀ ਯਾਤਰਾ ਕੀਤੀ। ਥਕਾਵਟ ਦਾ ਪਤਾ ਹੀ ਨਹੀਂ ਸੀ ਹੁੰਦਾ। 500 ਪੌੜੀ ਇੱਕੋ ਸਾਹ ਚੜ੍ਹ ਜਾਂਦੇ। ਫਰੀਦਾ ਇੰਨੀ ਨਿੱਕੀ ਜੰਗੀ ਹੈ, ਥਲ ਡੂਗਰ ਭਵੇ ਓਮ। ਅੱਜ ਫਰੀਦਾ ਕੂਜੜਾ। ਫਰੀਦ ਸਾਹਿਬ ਜੀ ਕਹਿੰਦੇ ਅੱਜ ਮੇਰੇ ਸਰਾਣੇ ਪਿਆ ਪਾਣੀ ਵਾਲਾ ਖੁੱਜਾ, ਸੈਕੋ ਹਾਥੀ ਓਮ। ਇੰਨੀ ਮਤਲਬ ਵੀ ਉੱਠ ਕੇ ਮੈਂ ਪਾਣੀ ਪੀ ਲਵਾਂ, 100 ਕੋਹਾਂ ਦੂਰ ਜਾਪਦਾ ਹੈ। ਆਸ ਕਰ ਰਿਹਾ ਵੀ ਕੋਈ ਲੰਮੇ ਪਏ ਨੂੰ ਹੀ ਮਾੜਾ ਜਿਹਾ ਹੱਥ ਦਾ ਆਸਰਾ ਦੇ ਕੇ ਸਿਰ ਤਾਂ ਚੁੱਕ ਕੇ ਤੇ ਕੁੱਜਾ ਥੱਲਿਓਂ ਫੜ ਕੇ ਪਾਣੀ ਮੂੰਹ ਲਾ ਕੇ ਪਾਣੀ ਪਿਆ ਦੇ। ਬਿਰਧ ਅਵਸਥਾ ਬਿਨਾਂ ਹੀ ਬਿਮਾਰੀ ਤੋਂ ਇੰਨੀ ਦੁੱਖ ਵਾਲੀ ਗਿਣੀ ਗਈ ਹੈ। ਤੋ ਵਣ ਤ੍ਰਿਣ ਰਸ ਸੁਖ ਹੈ। ਜਿਹੜਾ ਵਣ ਜੰਗਲ ਦੀ ਤਰ੍ਹਾਂ ਸਰੀਰ ਤੇ ਤ੍ਰਿਣ ਦੀ ਤਰ੍ਹਾਂ ਇੰਦਰੀਆਂ ਦਾ ਬਲ ਰੂਪ ਰਸ ਸ਼ੋਕ ਲੈਂਦੀ ਬਿਰਧ ਅਵਸਥਾ 40 ਤੋਂ ਬਾਅਦ ਥੋੜਾ ਬਹੁਤਾ ਡਿਫੈਕਟ ਪੈਣ ਹੀ ਲੱਗ ਪੈਂਦਾ ਹੈ। ਆਵਤ ਕੀ ਨਾਹੀ। ਇਹ ਪਰਮਾਤਮਾ ਰੂਪਤੀ ਐਸੀ ਅਵਸਥਾ ਵਿੱਚ ਤੂੰ ਮੇਰੇ ਪਾਸ ਕਿਉਂ ਨਹੀਂ ਆਉਂਦਾ? ਭਾਵ ਸਾਖਿਆਤਕਾਰ ਨਹੀਂ ਹੁੰਦਾ। ਜੇ ਜਵਾਨੀ 'ਚ ਵਾਹਿਗੁਰੂ ਵਾਹਿਗੁਰੂ ਦਬਲ ਕੇ ਜਪਿਆ ਹੋਊਗਾ ਲੱਕ ਬੰਨ੍ਹ ਕੇ, ਢਿੱਲਾ ਮੱਠਾ ਨਹੀਂ ਸਾਡੇ ਵਾਂਗ ਕਦੀ ਆ ਗਏ ਕਦੀ ਨਾ ਆ ਗਏ, ਕਦੀ ਕਰ ਲਿਆ ਕਦੀ ਨਾ ਕਰ ਲਿਆ, ਉਹਦੇ ਨਾਲ ਨਹੀਂ ਕੋਈ ਇੰਨਾ ਫਰਕ ਪੈਂਦਾ। जिन्हें बिरध अवस्था का दुख खत्म करना उन्होंने लक बन के जवानी च रब रब करना पऊगा, ਤਾਂ ਹੀ ਬਿਮਾਰੀ ਸ਼ਮਾਰੀ 'ਚ ਥੋੜ੍ਹਾ ਬਹੁਤਾ ਮਨ ਟਿਕਦਾ, ਨਹੀਂ ਤੇ ਬਿਮਾਰੀ ਬਾਅਦ 'ਚ ਆਉਂਦੀ ਹੈ, ਨਿੱਤ ਨੇ ਪਹਿਲਾਂ ਹੀ ਛੁੱਟ ਜਾਂਦਾ। ਇਸ ਲਈ ਹੇ ਮਹਾਰਾਜ ਤੂੰ ਅਜੇ ਵੀ ਨਹੀਂ ਆਇਆ, ਸਾਖਿਆਤਕਾਰ ਨਹੀਂ ਹੁੰਦਾ। ਮਨ ਤਨ ਵਸਹ ਮੁਖੇ, ਭਾਵ ਇਹ ਵੀ ਨਹੀਂ ਕਿ ਤੂੰ ਦੂਰ ਵਸਦਾ, ਸਗੋਂ ਸਾਡੇ ਹਿਰਦੇ ਸਰੀਰ ਅਤੇ ਬਾਣੀ ਰੂਪ ਹੋ ਕੇ ਮੁੱਖ ਵਿੱਚ ਵਸ ਰਿਹਾ, ਪਰ ਤੇਰਾ ਆਨੰਦ ਨਹੀਂ ਲਿਆ ਜਾ ਸਕਦਾ ਹੈ। ਬਿਰਧ ਅਵਸਥਾ ਹੈ ਹੀ ਇਸ ਤਰ੍ਹਾਂ ਦੀ। ਆਨੰਦ ਮੰਗਲ ਤਾਂ ਜਵਾਨੀ ਜੀ ਸੀਗੇ,
ਸੋ ਜਿਨ੍ਹਾਂ ਸੇਵਾ ਕਰ ਲਈ, ਸਿਮਰਨ ਕਰ ਲਿਆ, ਜੋਬਨ ਜਾਂਦੇ ਨਾ ਡਰਾਂ, ਜੇ ਸੈ ਪ੍ਰੀਤ ਨਾ ਜਾਏ। ਫਰੀਦਾ ਕੀਤੀ ਜੋਬਨ ਪ੍ਰੀਤ ਬੇਨ, ਸੁੱਕ ਗਏ ਕੁਮਲਾਏ। ਮਨ ਤਨ ਰਵ ਰਹਿਆ ਜਗ ਜੀਵਨ, ਇਹ ਜਗਤ ਦੇ ਜੀਵਨ ਨੂੰ ਪ੍ਰਮਾਤਮਾ ਤੂੰ ਮੇਰੇ ਹਿਰਦੇ ਤੇ ਸਰੀਰ ਵਿੱਚ ਵਿਆਪਕ ਹੋ ਰਿਹਾ ਹੈ। ਗੁਰ ਸ਼ਬਦੀ ਰੰਗ ਮਾਣੀ, ਮਹਾਤਮਾ ਰੂਪ ਸਖੀਆਂ ਗੁਰਾਂ ਦੇ ਉਪਦੇਸ਼ ਦੁਆਰਾ ਤੇਰੇ ਆਨੰਦ ਨੂੰ ਮਾਨਣਾ ਕਰਦੀਆਂ ਹਨ। ਅੰਡਜ ਜੇ ਰਜ ਸੇ ਤਜ ਉਤਪੁਜ, ਕੀ ਵਿਅਸ਼ਟੀ ਉਪਾਧੀ ਕਰਕੇ ਉਹ ਪ੍ਰਭੂ ਕੇਵਲ ਮਨ ਤਨ ਵਿੱਚ ਹੀ ਰਵ ਰਿਹਾ ਹੈ, ਜਾਂ ਸਮਸ਼ਟੀ ਉਪਾਧੀ ਕਰਕੇ ਸਾਰੀਆਂ ਥਾਵਾਂ ਵਿੱਚ ਵਸ ਰਿਹਾ? ਮਹਾਰਾਜ ਕਹਿੰਦੇ ਹਾਂ ਭਾਈ, ਤੁਸੀਂ ਚੰਗੀ ਤਰ੍ਹਾਂ ਸਮਝ ਲਿਆ। ਸਮਸ਼ਟੀ ਉਪਾਧੀ ਕਰਕੇ ਸਾਰਿਆਂ 'ਚ ਹੀ ਵਸ ਰਿਹਾ ਹੈ। ਅੰਡਜ ਅੰਡਿਆਂ ਤੋਂ ਪੈਦਾ ਹੋਏ ਜੀਵ ਪੰਛੀ ਆਦਿਕ, ਜੀਰਜ ਚੀਰ ਤੋਂ ਪੈਦਾ ਹੋਏ ਜੀਵ ਮਨੁੱਖ ਤੇ ਪਸ਼ੂ ਆਦਿਕ, ਸੇਤਜ ਪਸੀਨੇ ਤੋਂ ਪੈਦਾ ਹੋਏ ਜੀਵ ਸੁਸਰੀਆਂ ਕੀੜੇ ਕਾਡੇ ਬਰਸਾਤ ਦੇ ਵਿੱਚ ਆਪਣੇ ਆਪ ਹੀ ਪਤਾ ਨਹੀਂ ਕਿੱਥੋਂ ਆ ਜਾਂਦੇ ਨੇ। ਅਤੇ ਉਤ ਭੋਜ ਉੱਪਰ ਨੂੰ ਬਾਹਾਂ ਖੜੀਆਂ ਕਰਕੇ ਧਰਤੀ ਨੂੰ ਪਾੜ ਕੇ ਨਿਕਲੇ ਹੋਏ ਦਰਖਤ ਬਨਸਪਤੀ ਆਦਿਕ, ਬ੍ਰਿਕਸ਼ ਆਦਿਕ ਚਾਰੇ ਖਾਣੀਆਂ ਦੇ। ਘਟ ਘਟ ਜੋਤ ਸਮਾਣੀ, ਘਟਾਂ ਘਟਾਂ ਵਿੱਚ ਹੀ ਤੇਰੀ ਜੋਤ ਹੀ ਵਾਹਿਗੁਰੂ ਸਮਾਈ ਹੋਈ ਹੈ। ਦਰਸ਼ਨ ਦੇਹੁ ਦਇਆ ਪਤ ਦਾਤੇ, ਇਹ ਮਿਹਰ ਦੇ ਮਾਲਕ ਦਾ ਤਾਰ ਪਰਮਾਤਮਾ ਤੂੰ ਮੈਨੂੰ ਆਪਣਾ ਦਰਸ਼ਨ ਦੀਦਾਰ ਦੇਣਾ ਕਰ। ਕਤ ਪਾਵੋ ਮਤ ਦੇਹੋ, ਅਤੇ ਆਤਮ ਸ਼ੈਣੀ ਬੁੱਧੀ ਦੇਣਾ ਕਰ, ਜਿਸ ਕਰਕੇ ਮੈਂ ਵੀ ਮੁਕਤੀ ਪਾ ਲਵਾਂ। ਇਸੇ ਪ੍ਰਕਾਰ ਦਰਸ਼ਨ ਦੇਹੁ ਦਇਆ ਪਤ ਦਾਤੇ, ਇਹ ਦਇਆ ਦੇ ਪਤੀ ਪਰਮਾਤਮਾ ਮੈਨੂੰ ਦਾਤਾਰ ਗੁਰਾਂ ਦਾ ਦਰਸ਼ਨ ਦੇਣਾ ਕਰ। ਸਾਰੀ ਸੰਗਤ ਦਰਸ਼ਨ ਕਰਦੀ ਹੈ ਤੇ ਮੈਂ ਕਰਮਾਂ ਤੋਂ ਹੀਣਾ ਕਿਉਂ ਨਹੀਂ ਆ ਕੇ ਬੈਠਦਾ? ਮੈਨੂੰ ਵੀ ਦਰਸ਼ਨ ਬਖਸ਼। ਹਮ ਭੀਖਕ ਬੇਖਾਰੀ ਤੇਰੇ, ਤੂੰ ਨਿਜ ਪਤ ਦਾਤਾ ਹੋ ਦਇਆਲ। ਨਾਮ ਦੇਹੁ ਮੰਗਤ ਜਨ ਕੋ, ਸਦਾ ਰਹੂੰ ਰੰਗ ਰਾਤਾ। हे ਮਹਾਰਾਜ, ਤੇਰੇ ਗੁਰਾਂ ਦੇ ਦਰਸ਼ਨ ਕਰਕੇ ਮੈਂ ਨਾਮ ਰੰਗ ਵਿੱਚ ਤੇਰੇ ਵਾਹਿਗੁਰੂ ਨਾਮ ਦੇ ਵਿੱਚ ਮਸਤਿਆ ਰਹਾਂ ਜੀ। ਕਤ ਪਾਵੋ ਮਤ ਦੇਹੋ, ਉਹਨਾਂ ਗੁਰਾਂ ਦੁਆਰਾ ਮੈਨੂੰ ਆਤਮ ਸ਼ੈਣੀ ਬੁੱਧ ਦੇਣਾ ਕਰ, ਜਿਸ ਕਰਕੇ ਮੈਂ ਨਾਮ ਜਪਾਂ, ਤੇਰੀ ਮੁਕਤੀ ਦੀ ਪ੍ਰਾਪਤੀ ਪਾ ਲਵਾਂ ਜੀ। ਨਾਨਕ ਰੰਗ ਰਵੈ ਰਸ ਰਸੀਆਂ, ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਪੋਹ ਦੇ ਮਹੀਨੇ ਦੁਆਰਾ ਕਥਨ ਕਰਦੇ ਨੇ ਕਿ ਇਹ ਜਗਿਆਸੂ ਇਸਤਰੀ ਵਾਹਿਗੁਰੂ ਦੀ ਪ੍ਰੀਮਣ ਹੋ ਕੇ ਪ੍ਰੇਮ ਦੇ ਨਾਲ ਆਨੰਦ ਦੇ ਸਹਿਤ ਉਸ ਹਰੀ ਦਾ ਜਸ ਉਚਾਰਨ ਕਰ। ਹਰਿ ਸਿਉ ਪ੍ਰੀਤ ਸਨੇਹੋ, ਅਤੇ ਹਰੀ ਪਰਮੇਸ਼ਰ ਪਤੀ ਦੇ ਨਾਲ ਮਨ ਕਰਕੇ ਪ੍ਰੀਤੀ ਕਰ, ਸਰੀਰ ਕਰਕੇ ਪ੍ਰੇਮ ਕਰ। ਜਾਂ ਇਸੇ ਪ੍ਰਕਾਰ ਹਰਿ ਸਿਉ ਪ੍ਰੀਤ ਸਨੇਹੋ, ਜੋ ਹਰੀ ਨਾਲ ਮਨ ਤਨ ਦੇ ਨਾਲ ਪ੍ਰੀਤੀ ਤੇ ਸਨੇਹ ਕਰਕੇ ਰੰਗ ਰਵੈ ਰਸ ਰਸੀਆ, ਪ੍ਰੇਮ ਪੂਰਵਕ ਹਰੀ ਨੂੰ ਬਾਣੀ ਕਰਕੇ ਉਚਾਰਨਾ ਕਰਦਾ, ਉਹ ਆਤਮਿਕ ਰਸ ਦਾ ਰਸੀਆ ਹੁੰਦਾ। ਇਹ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਚਾਰਿਆ ਹੈ। ਮਾਗ ਪਨੀਤ ਪਈ, ਹਿਮਕਰ ਰੁੱਤ ਦੇ ਪਹਿਲੇ ਮਾਘ ਦੇ ਮਹੀਨੇ ਦੁਆਰਾ ਸਤਿਗੁਰੂ ਸਾਹਿਬ ਜੀ ਉਪਦੇਸ਼ ਕਥਨ ਕਰਦੇ ਹਨ। ਮਾਘ ਦੇ ਮਹੀਨੇ ਜਦ ਸੂਰਜ ਮਕਰ ਰਾਸ਼ੀ ਵਿੱਚ ਆਉਂਦਾ, ਤਦੋਂ ਜ਼ਿਆਦਾਤਰ ਲੋਕ ਪ੍ਰਯਾਗਰਾਜ, ਅੱਜ ਕੱਲ੍ਹ ਇਲਾਹਾਬਾਦ ਤ੍ਰਿਵੇਣੀ ਜਿਹਨੂੰ ਕਹਿੰਦੇ, ਉੱਥੇ ਪਹੁੰਚ ਕੇ ਇਸ਼ਨਾਨ ਕਰਦੇ ਹਿੰਦੂ ਲੋਕ ਅਤੇ ਅਨੇਕਾਂ ਪੁੰਨ ਦਾਨ ਕਰਦੇ ਨੇ। ਪ੍ਰਯਾਗ ਦਾ ਕੁੰਭ ਵੀ ਮਾਘ ਮਹੀਨੇ ਵਿੱਚ ਪ੍ਰਯਾਗਰਾਜ ਵਿੱਚ ਕਰਦੇ ਨੇ। ਜੋ ਤੀਰਥਾਂ 'ਤੇ ਨਹੀਂ ਜਾ ਸਕਦੇ, ਉਹ ਇਸ ਮਹੀਨੇ ਦੇ ਦਿਨ ਸਵੇਰ ਵੇਲੇ ਇਸ਼ਨਾਨ ਕਰਨਾ ਬਹੁਤ ਪੁੰਨ ਕਰਮ ਸਮਝਦੇ ਨੇ। ਇਸ ਮਹੀਨੇ ਦੀ ਮੰਨੀ ਹੋਈ ਪਵਿੱਤਰਤਾ, ਪੁੰਨ ਦਾਨ, ਇਸ਼ਨਾਨ, ਜਪ ਆਦਿਕਾਂ ਦਾ ਖਿਆਲ ਰੱਖ ਕੇ ਗੁਰੂ ਜੀ ਸੱਚੇ ਪ੍ਰਯਾਗ
ਸੱਚੀ ਪਵਿੱਤਰਤਾ ਤੇ ਸੱਚੇ ਇਸ਼ਨਾਨ ਆਦਿ ਦਾ ਨਿਰੂਪਣ ਕਰਦੇ ਨੇ। ਜਿਸ ਨੇ ਪ੍ਰਤੱਖ ਜਾਂ ਮਨੁੱਖਾ ਜਨਮ ਰੂਪੀ ਮਾਘ ਦੇ ਮਹੀਨੇ ਵਿੱਚ ਮਹਾਰਾਜ ਕਥਨ ਕਰਦੇ ਨੇ, ਤੀਰਥ ਅੰਤਰ ਜਾਣਿਆ, ਆਪਣੇ ਹਿਰਦੇ ਵਿੱਚ ਤੀਰਥ ਰੂਪ ਹਰੀ ਨੂੰ ਜਾਣਿਆ, ਉਸ ਦੀ ਬੁੱਧੀ ਮਾਘ ਪੁਨੀਤ ਪਈ, ਮਾਘ ਦੇ ਮਹੀਨੇ 'ਚ ਪਵਿੱਤਰ ਹੋਈ ਹੈ। ਇਸੇ ਪ੍ਰਕਾਰ ਮਾਘ ਪੁਨੀਤ ਪਈ, ਤੀਰਥ ਅੰਤਰ ਜਾਣਿਆ। ਸਤੋਗੁਣ ਬਿਰਤੀ ਰੂਪ ਮਾਘ ਦੇ ਮਹੀਨੇ ਵਿੱਚ ਸਤ ਸੰਗਤ 'ਚ ਮਿਲਣ ਕਰਕੇ ਜਿਸ ਦੀ ਬੁੱਧ ਪਵਿੱਤਰ ਹੋ ਗਈ ਹੈ, ਉਸ ਨੇ ਤੀਰਥ ਰੂਪ ਹਰੀ ਨੂੰ ਆਪਣੇ ਅੰਦਰ ਹੀ ਜਾਣ ਲਿਆ ਹੈ। ਇਸੇ ਪ੍ਰਕਾਰ ਮਾਘ ਪੁਨੀਤ ਭਈ, ਤੀਰਥ ਅੰਤਰ ਜਾਣਿਆ। ਸਤੋਗੁਣ ਬਿਰਤੀ ਰੂਪ ਮਾਘ ਦਾ ਮਹੀਨਾ ਹੈ, ਸ਼ਰਧਾ ਰੂਪ ਮਕਰ ਰਾਸ਼ੀ ਹੈ, ਜਿਸ ਵਿੱਚ ਗਿਆਨ ਰੂਪ ਸੂਰਜ ਸਦਾ ਤਪਦਾ ਹੈ। ਭਾਵ ਸ਼ਰਧਾਮਾਨ ਨੂੰ ਹੀ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਤੇ ਸਤ ਸੰਗਤ ਰੂਪ ਪ੍ਰਯਾਗਰਾਜ ਦੇ ਵਿੱਚ ਜਿਸ ਨੇ ਨਾਮ ਰੂਪ ਜਲ ਨਾਲ ਇਸ਼ਨਾਨ ਕੀਤਾ, ਉਸ ਦੀ ਬੁੱਧੀ ਪਵਿੱਤਰ ਹੋਈ ਹੈ। ਇਸ਼ਨਾਨ ਕਰਨ ਤੋਂ ਬਾਅਦ ਲੋਕ ਮਾਧੋ ਬੇਣੀ ਮੰਦਰ ਤੇ ਅਖੈ ਬਟ ਦੇ ਦਰਸ਼ਨ ਕਰਦੇ ਨੇ। ਇੱਧਰ ਜੋ ਤੀਰਥ ਰੂਪ ਹਰੀ ਨੂੰ ਹਿਰਦੇ ਵਿੱਚ ਜਾਣਨਾ ਹੈ, ਇਹੀ ਮਾਧੋ ਬੇਣੀ ਤੇ ਅਖੈ ਬਟ ਦੇ ਦਰਸ਼ਨ ਨੇ। ਅੱਗੇ ਹੁਣ ਪ੍ਰਤੱਖ ਪ੍ਰਯਾਗਰਾਜ ਤੋਂ ਸਤਸੰਗਤ ਰੂਪ ਪ੍ਰਯਾਗਰਾਜ ਦੀ ਵਿਸ਼ੇਸ਼ਤਾ ਵਰਣਨ ਕਰਦੇ ਨੇ ਕਿ ਪ੍ਰਤੱਖ ਪ੍ਰਯਾਗਰਾਜ ਉੱਪਰ ਜਾਣਾ ਹਰ ਕਿਸੇ ਲਈ ਸੰਭਵ ਨਹੀਂ ਹੈ, ਮੁਸ਼ਕਲ ਹੈ। ਸਤਸੰਗਤ ਜਾਣਾ ਸੌਖਾ ਹੈ, ਫਿਰ ਉਹ ਤੀਰਥ ਇੱਕ ਦੇਸੀ ਦੇ ਜੜ, ਪਰ ਮਹਾਤਮਾ ਸਰਬ ਦੇਸੀ ਅਤੇ ਜੰਗਮ ਨੇ। ਜਿਵੇਂ ਨਾਨਕਸਰ ਵਾਲੇ ਮਹਾਤਮਾ ਦਿੱਲੀ 'ਚ ਸੰਪਟ ਪਾਠ ਵੱਖਰਾ ਕਰਦੇ ਨੇ, ਇੱਥੇ ਜਗਰਾਵਾਂ ਦੇ ਕੋਲ ਨਾਨਕਸਰ ਭਗਤੀ ਦਾ ਘਰ, ਇੱਥੇ ਭਗਤੀ ਵੱਖਰੀ ਅਲੱਗ ਹੁੰਦੀ। ਮਾਘ ਦੇ ਮਹੀਨੇ ਸਪੈਸ਼ਲ ਸੰਪਟ ਪਾਠ ਕੀਤੇ ਜਾਂਦੇ, ਸ਼ਰਧਾਲੂ ਪ੍ਰੇਮੀਆਂ ਨੂੰ ਬੁਲਾ ਕੇ ਤੇ ਜਪ ਤਪ ਸਮਾਗਮ ਰੱਖੇ ਜਾਂਦੇ। ਜਿੱਥੇ ਜਿੱਥੇ ਵੀ ਉਹ ਬੈਠੇ ਨੇ ਉੱਥੇ ਹੀ ਸਤਸੰਗਤ ਹੈ। ਸਾਜਨ ਸਹਿਜ ਮਿਲੇ, ਮਹਾਤਮਾ ਰੂਪੀ ਸੱਜਣ ਮਿੱਤਰ ਸੁਭਾਵਕ ਹੀ ਮਿਲ ਪੈਂਦੇ ਹਨ। ਪ੍ਰਤੱਖ ਪ੍ਰਯਾਗਰਾਜ ਵਿੱਚ ਤਾਂ ਇਸ਼ਨਾਨ ਦਾ ਪੁੰਨ ਸਮਝਿਆ ਜਾਂਦਾ। ਇੱਧਰ ਕਿਹੜਾ ਪੁੰਨ ਹੈ? ਕਹਿੰਦੇ ਹਨ ਗੁਣ ਗਹਿ ਅੰਕ ਸਮਾਨਿਆ। ਜੋ ਮਹਾਤਮਾ ਰੂਪ ਸੱਜਣਾ ਨਾਲ ਪ੍ਰਭੂ ਪ੍ਰਾਪਤੀ ਵਾਲੇ ਗੁਣਾਂ ਨੂੰ ਗ੍ਰਹਿਣ ਕਰਕੇ ਉਹਦੇ ਸਰੂਪ ਦੇ ਵਿੱਚ ਸਮਾਉਣਾ, ਇਹੀ ਪੁੰਨ ਹੈ। ਜੋ ਵਿਸ਼ਿਆਂ ਨੂੰ ਪਕੜ ਕੇ ਦਬਾ ਕੇ ਪ੍ਰਭੂ ਦੇ ਪ੍ਰੇਮ 'ਚ ਸਮਾਉਣਾ, ਇਹੀ ਪੁੰਨ ਕਰਮ ਹੈ। ਇਸੇ ਪ੍ਰਕਾਰ ਸਾਜਨ ਸਹਿਜ ਮਿਲੇ, ਸਾਨੂੰ ਸੱਜਣ ਅਕਾਲ ਪੁਰਖ ਦੇ ਸਹਿਜੀ ਪ੍ਰਾਪਤੀ ਵਾਲੇ ਗੁਣ ਜਾਂ ਗੁਰੂ ਜੀ ਮਿਲ ਗਏ ਨੇ। ਗੁਣ ਗਏ ਅੰਕ ਸਮਾਨਿਆ, ਤੇ ਕੋਟ ਪੁੰਨ ਸੁਣ ਹਰ ਕੀ ਬਾਣੀ। ਉਹਨਾਂ ਦੀ ਬਾਣੀ ਸੁਣ ਸੁਣ ਕੇ ਉਹਨਾਂ ਦੇ ਸਰੂਪ ਤਟਸਥੀ ਲਕਸ਼ਣਾ ਰੂਪ ਗੁਣਾਂ ਨੂੰ ਜੋ ਬਾਣੀ 'ਚ ਕਹੇ ਨੇ, ਪੜ੍ਹ ਪੜ੍ਹ ਕੇ ਸੁਣ ਸੁਣ ਕੇ ਗ੍ਰਹਿਣ ਕਰਕੇ ਉਹਦੇ ਹੁਣ ਸਰੂਪ ਜੀ ਸਮਾ ਗਏ। ਬਾਣੀ ਪੜ੍ਹਨ ਦਾ ਇਹ ਲਾਭ ਹੈ ਕਿ ਗੁਰਸਿੱਖ ਬਾਣੀ ਰੂਪੀ ਹੋ ਜਾਂਦਾ ਹੈ। ਪ੍ਰੀਤਮ ਗੁਣ ਅੰਕੇ ਸੁਣ ਪ੍ਰਭ ਬੰਕੇ। ਇਹ ਸੁੰਦਰ ਪਰਮਾਤਮਾ ਤੂੰ ਮੇਰੀ ਬੇਨਤੀ ਸੁਣ। ਹੇ ਪਿਆਰੇ ਪ੍ਰਭੂ, ਮੈਂ ਆਪਣੇ ਹਿਰਦੇ ਵਿੱਚ ਤੇਰੀ ਪ੍ਰਾਪਤੀ ਵਾਲੇ ਸਤ ਸੰਦੋਖ ਆਦਿ ਗੁਣ ਧਾਰਨ ਕੀਤੇ ਨੇ। ਤੁਧ ਭਾਵਾ ਸਰਨਾਵਾ, ਜੇਕਰ ਤੈਨੂੰ ਭਾ ਜਾਵਾਂ ਤਾਂ ਹੀ ਸਤਸੰਗਤ ਰੂਪ ਤੀਰਥ ਦੇ ਸਰੋਵਰ ਵਿੱਚ ਨਹਾਵਾ ਇਸ਼ਨਾਨ ਕਰ ਸਕਦੀ ਹਾਂ। ਤੀਰਥ ਨਹਾਵਾ ਜੇ ਤਿਸ ਭਾਵਾ, ਵਿਣ ਭਾਣੇ ਕੇ ਨਹਾਈ ਕਰੀ। ਜਿਵੇਂ ਪ੍ਰਯਾਗਰਾਜ ਵਿੱਚ ਗੰਗਾ ਜਮਨਾ ਤੇ ਸਰਸਤੀ ਇਸ ਤ੍ਰਿਵੇਣੀ ਦਾ ਮਿਲਾਪ ਹੈ, ਤੇ ਕੁੰਭ ਸਮੇਂ ਉੱਤੇ ਇਸ਼ਨਾਨ ਕਰਨ ਨਾਲ 7 ਸਮੁੰਦਰਾਂ ਦੇ ਇਸ਼ਨਾਨ ਦਾ ਮਹਾਤਮ ਫਲ ਪ੍ਰਾਪਤ ਹੋਣਾ ਮੰਨਿਆ ਜਾਂਦਾ ਹੈ। ਇੱਧਰਲੇ ਪਾਸੇ ਗੰਗ ਜਮਨ ਤਹ ਬੇਣੀ ਸੰਗਮ। ਸਤ ਸੰਗਤ ਰੂਪ ਪ੍ਰਯਾਗਰਾਜ ਵਿੱਚ ਉਪਦੇਸ਼ ਸੁਣਨਾ ਗੰਗਾ ਹੈ, ਮੰਨਣਾ ਜਮਨਾ ਹੈ। ਸਰਸਤੀ ਅਲੋਪ ਹੈ, ਗੁਪਤ ਰੂਪ 'ਚ ਕਹਿੰਦੇ ਮਿਲਦੀ।
ਇਸੇ ਤਰ੍ਹਾਂ ਸੁਣ ਕੇ ਮੰਨਣ ਤੋਂ ਬਾਅਦ ਹਿਰਦੇ ਵਿੱਚ ਜੋ ਗੁਪਤ ਪ੍ਰੇਮ ਪੈਦਾ ਹੋਣਾ, ਇਹ ਸਰਸਤੀ ਦੀ ਤਰ੍ਹਾਂ ਹੈ। ਜਾਂ ਜੋ ਤ੍ਰਿਕੁਟੀ ਵਿੱਚ ਸੂਰਜ ਦੀ ਸੁਰ ਪਿੰਗਲਾ ਗੰਗਾ ਦੀ ਤਰ੍ਹਾਂ ਹੈ, ਚੰਦਰਮਾ ਦੀ ਸੁਰ ਜਿਹੜਾ ਨੂੰ ਜਮਨਾ ਤੇ ਸੁਖਮਨਾ ਨੂੰ ਸਰਸਤੀ ਸਮਝਣਾ। ਇਸ ਤਰ੍ਹਾਂ ਇਹ ਇੱਕ ਯੋਗ ਦੀ ਪ੍ਰਕਿਰਿਆ ਦੁਆਰਾ ਦਸਮ ਦੁਆਰ ਦੇ ਵਿੱਚ ਜੋ ਸੁਰਤ ਟਿਕੀ ਹੋਈ ਹੈ, ਸਮਝ ਲਓ ਵੀ ਤ੍ਰਿਵੇਣੀ ਦਾ ਮਿਲਾਪ ਹੈ। ਜਾਂ ਗੰਗ ਜਮਨ ਤਹਿ ਬੇਣੀ ਸੰਗਮ, ਪਰਮੇਸ਼ਰ ਦੀ ਭਗਤੀ ਦੀ ਕਥਾ ਗੰਗਾ ਹੈ। ਸ਼ੁਭ ਕਰਮ ਕਰਨੀ, ਰਹਿਤ ਰੱਖਣੀ, ਰਹਿਣੀ ਬਹਿਣੀ ਕਹਿਣੀ ਸਿੱਖਣੀ, ਸੇਵਾ ਕਰਨੀ, ਨਿਤ ਨਮਿਤੇ ਪ੍ਰਾਸ਼ਚਿਤ ਕਰਮਾਂ ਦੀ ਵਿਚਾਰ ਕਰਨੀ, ਇਹ ਜਮਣਾ ਹੈ। ਜੋ ਦੋਵੇਂ ਪ੍ਰਗਟ ਨੇ ਰੂਪ ਹਨ ਤੇ ਸਤਸੰਗਤ ਵਿੱਚ ਗੁਪਤ ਰੂਪ 'ਚ ਅਪਰੋਖ ਗਿਆਨ ਦੀ ਪ੍ਰਾਪਤੀ ਹੋਣੀ, ਇਹ ਸਰਸਤੀ ਦੀ ਤਰ੍ਹਾਂ ਹੈ। ਇਹ ਤ੍ਰਿਵੇਣੀ ਦਾ ਮਿਲਾਪ ਹੋ ਰਿਹਾ ਹੈ। ਇਉਂ ਸਤਸੰਗਤ ਰੂਪ ਪ੍ਰਯਾਗਰਾਜ ਤੀਰਥ ਉੱਪਰ ਭਗਤੀ ਉਪਾਸਨਾ ਰੂਪ ਗੰਗਾ ਦਾ ਇਸ਼ਨਾਨ, ਸ਼ੁਭ ਕਰਮਾਂ ਰੂਪ ਜਮਨਾ ਦਾ ਇਸ਼ਨਾਨ ਤੇ ਨਿਜ ਸਰੂਪ ਦੀ ਪ੍ਰਾਪਤੀ ਰੂਪ ਸਰਸਤੀ ਦਾ ਇਸ਼ਨਾਨ ਹੋ ਰਿਹਾ ਹੈ। ਸੁਤੇ ਸਿੱਧ ਹੀ ਨਿਰਯਤਨ ਹੀ ਇਹ ਸਤਸੰਗਤ ਦੇ ਵਿੱਚੋਂ ਸਭ ਕੁਝ ਸਾਨੂੰ ਪ੍ਰਾਪਤ ਹੋ ਰਿਹਾ ਹੈ। ਸਾਤ ਸਮੁੰਦ ਸਮਾਵਾ, ਇਉਂ ਤ੍ਰਿਵੇਣੀ ਦਾ ਸੰਗਮ ਮਿਲਾਪ ਬਣਿਆ ਹੋਇਆ ਹੈ ਤੇ ਸਾਤ ਸਮੁੰਦ ਸਮਾਵਾ, ਜੋ ਵੈਰਾਗ ਵਿਵੇਕ ਖਟ ਸਮਧੀ ਮਮੋਖ ਇੱਛਾ ਸ਼ਰਵਣ ਮੰਨਣ ਤੇ ਨਿਧਿਆਸਨ ਰੂਪ ਸੱਤ ਸਮੁੰਦਰ ਵੀ ਸੰਗਤ ਵਿੱਚ ਸਮਾਏ ਹੋਏ ਨੇ। ਭਾਵੇਂ ਸਾਧਨ ਵੀ ਸੰਗਤ ਵਿੱਚੋਂ ਹੀ ਪ੍ਰਾਪਤ ਹੁੰਦੇ ਨੇ ਤੇ ਇਹਨਾਂ ਦੀ ਪ੍ਰਾਪਤੀ ਰੂਪ ਸੱਤਾਂ ਸਮੁੰਦਰਾਂ ਦੇ ਇਸ਼ਨਾਨ ਕਰਨ ਦਾ ਫਲ ਪ੍ਰਾਪਤ ਹੁੰਦਾ ਹੈ। ਪੁੰਨ ਦਾਨ ਪੂਜਾ ਪਰਮੇਸ਼ਰ, ਜੋ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਮਨ ਨੂੰ ਪਵਿੱਤਰ ਕਰਨ ਰੂਪ ਪੁੰਨ, ਮੇਰ ਛੱਡ ਕੇ ਪ੍ਰਮਾਤਮਾ ਨੂੰ ਸਭ ਦਾ ਆਸਰਾ ਸਮਝਣ ਰੂਪ ਦਾਨ ਹੈ। ਪਰਮੇਸ਼ਰ ਦੇ ਗੁਣ ਗੁਣ ਰੂਪ ਜਾਂ ਮਨ ਤਨ ਧਨ ਦਾ ਅਰਪਣ ਰੂਪ ਪੂਜਾ ਹੈ। ਜੁਗ ਜੁਗ ਏਕੋ ਜਾਤਾ, ਜੁਗ ਚਾਰ ਸ਼ਰਵਣ ਮਨ ਨਿਧਿਆਸਨ, ਤਤਵੰਗ ਦਾ ਸ਼ੋਧਨ ਸਾਧਨਾ ਦੇ ਸੰਯੁਕਤ ਹੋ ਕੇ ਜੁਗ ਦੋ ਭਾਵ ਜੀਵ ਤੇ ਈਸ਼ ਦੀ ਏਕਤਾ ਕਰਕੇ ਇੱਕ ਬ੍ਰਹਮ ਨੂੰ ਵਿਆਪਕ ਜਾਣਨਾ ਹੀ ਪੁੰਨ ਦਾਨ ਦੇ ਪੂਜਾ ਹੈ। ਜਾਂ ਜੋ ਜੁਗਾਂ ਜੁਗਾਂ 'ਚ ਅਦੁੱਤੀ ਬ੍ਰਹਮ ਨੂੰ ਵਿਆਪਕ ਜਾਣਿਆ, ਇਹੀ ਪਰਮਾਤਮਾ ਦੀ ਪੂਜਾ, ਇਹੀ ਪੁਰਬ ਦੇ ਸਮੇਂ ਪੁੰਨ ਸੁਤੇ ਸੇ ਦਿੱਤਾ ਹੋਇਆ ਦਾਨ ਹੈ। ਨਾਨਕ ਮਾਗ ਮਹਾਰਸ ਹਰ ਜਪ, ਪ੍ਰਯਾਗਰਾਜ ਤੇ ਇਸ਼ਨਾਨ ਕਰਨ ਤੋਂ ਬਾਅਦ ਕਈ ਤੀਰਥ ਕਿਨਾਰੇ ਬੈਠ ਕੇ ਜਾਪ ਕਰਦੇ ਨੇ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਕਥਨ ਕਰਦੇ ਕਿ ਪ੍ਰਤੱਖ ਸਤੋਗੁਣ ਬਿਰਤੀ ਰੂਪ ਮਾਘ ਦੇ ਮਹੀਨੇ ਦੁਆਰਾ ਕਥਨ ਕਰਦੇ, ਜੋ ਪਰਮੇਸ਼ਰ ਦਾ ਨਾਮ ਜਪ ਕੇ ਵੱਡਾ ਬ੍ਰਹਮ ਆਨੰਦ ਪ੍ਰਾਪਤ ਹੋਣਾ, ਇਹੀ ਜਾਪ ਹੈ। ਜਾਂ ਸੰਗਤ ਰੂਪ ਪ੍ਰਯਾਗਰਾਜ ਵਿੱਚੋਂ ਨਾਮ ਰੂਪ ਜਲ ਨੂੰ ਇਸ਼ਨਾਨ ਕਰਕੇ ਜੋ ਵੱਡੇ ਆਨੰਦ ਰੂਪ ਹਰੀ ਚ ਨਿਸ਼ਚਾ ਕਰਨਾ, ਇਹੀ ਜਾਪ ਹੈ। 68 ਤੀਰਥ ਨਾਤਾ, ਅਤੇ ਸੰਗਤ ਵਿੱਚ ਮਨ ਦਾ ਇਸ਼ਨਾਨ ਕਰਨ ਨਾਲ 68 ਤੀਰਥਾਂ ਦਾ ਫਲ ਪ੍ਰਾਪਤ ਹੋ ਜਾਂਦਾ ਹੈ। ਇਸ ਲਈ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਗੁਰ ਗਿਆਨ ਸਾਚਾ ਥਾਨ ਤੀਰਥ, 10 ਪੁਰਬ ਸਦਾ ਦਸਾਹਰਾ, ਹੋ ਨਾਮ ਹਰ ਕਾ ਸਦਾ ਜਾਚੋ, ਦੇਹੋ ਪ੍ਰਭ ਧਰਨੀ ਧਰਾ, ਸਾਚ ਨਾ ਲਾਗੇ ਮੈਲ ਕਿਆ ਮਲਤ ਹੋਈ ਹੈ। ਸੁਣਿਆ 68 ਕਾ ਇਸ਼ਨਾਨ, ਐਸਾ ਹੀ ਮਾਘ ਦਾ ਮਹੀਨਾ ਬਣਿਆ ਹੋਇਆ। ਫਲ ਗੁਣ ਮਨ ਰਹਸੀ ਪ੍ਰੇਮ ਸੁਭਾਇਆ, ਹਿਮਕਰ ਰੁੱਤ ਦੇ ਦੂਜੇ ਫਗਣ ਦੇ ਮਹੀਨੇ ਦੁਆਰਾ ਸਤਿਗੁਰੂ ਜੀ ਉਪਦੇਸ਼ ਬਖਸ਼ਿਸ਼ ਕਰਦੇ ਹਨ ਕਿ ਉਸ ਦੇ ਹਿਰਦੇ ਵਿੱਚ ਆਨੰਦ ਦੀ ਪ੍ਰਾਪਤੀ ਹੋਈ ਹੈ। ਜਿਸ ਨੂੰ ਪਿਆਰੇ ਹਰੀ ਦਾ ਪ੍ਰੇਮ ਚੰਗਾ ਲੱਗਾ ਹੈ, ਇਸੇ ਪ੍ਰਕਾਰ ਫਲ ਗੁਣ
ਗੁਣ ਮਨ ਰਸੀ ਪ੍ਰੇਮ ਸੁਭਾਇਆ। ਦੇਵੀ ਗੁਣਾਂ ਦਾ ਫਲ ਪ੍ਰਾਪਤ ਹੋਣਾ ਹੀ ਫੱਗਣ ਦਾ ਮਹੀਨਾ ਹੈ, ਜਾਂ ਗਿਆਨ ਰੂਪ ਫਲ ਦੀ ਪ੍ਰਾਪਤੀ ਵਾਲੇ ਸਤ ਸੰਤੋਖ ਆਦਿ ਗੁਣ ਹੀ ਫੱਗਣ ਦਾ ਮਹੀਨਾ ਹੈ। ਜਾਂ ਮਨੁੱਖਾ ਜਨਮ ਰੋ ਫੱਗਣ ਦੇ ਮਹੀਨੇ ਵਿੱਚ ਜਿਸ ਦੇ ਅੰਦਰ ਦੇਵੀ ਗੁਣ ਫਲੇ ਨੇ, ਉਸ ਦੇ ਮਨ ਵਿੱਚ ਆਨੰਦ ਹੋਇਆ ਹੈ ਅਤੇ ਉਸ ਨੂੰ ਵਾਹਿਗੁਰੂ ਦਾ ਪ੍ਰੇਮ ਬਹੁਤ ਚੰਗਾ ਲੱਗਦਾ ਹੈ। ਆਨੰਦ ਨਾ ਰਹਸ ਪਿਆ ਆਪ ਗਵਾਇਆ। ਉਹਨਾਂ ਜਗਿਆਸੂ ਰੂਪ ਇਸਤਰੀਆਂ ਨੂੰ ਰਾਤ ਦਿਨ ਇੱਕ ਰਸ ਆਨੰਦ ਪ੍ਰਾਪਤ ਹੋਇਆ ਹੈ, ਜਿਨ੍ਹਾਂ ਨੇ ਆਪਾ ਭਾਵ ਗਵਾ ਲਿਆ ਹੈ। ਮਨ ਮੋਹ ਚਕਾਇਆ ਜਾਂ ਤਿਸ ਪਾਇਆ। ਜਦ ਤਿਸ ਵਾਹਿਗੁਰੂ ਨੂੰ ਚੰਗਾ ਲੱਗਾ ਤਾਂ ਉਸਨੇ ਮੇਰੇ ਮਨ ਦੇ ਵਿੱਚੋਂ ਪਦਾਰਥਾਂ ਆਦਿ ਦਾ ਮੋਹ ਚੁਕਾ ਦਿੱਤਾ। ਮੈਂ ਹੁਣ ਬੇਨਤੀ ਕਰਦੀ ਹਾਂ ਕਿ ਕਰ ਕਿਰਪਾ ਕਰ ਆਓ। ਇਹ ਪਿਆਰੇ, ਤੁਸੀਂ ਆਪਣੀ ਮਿਹਰ ਦੀ ਦ੍ਰਿਸ਼ਟੀ ਕਰਕੇ ਮੇਰੇ ਹਿਰਦੇ ਰੂਪ ਘਰ ਦੇ ਵਿੱਚ ਆਓ ਜੀ। ਤੂੰ ਆਓ ਹਮਾਰ ਹਰ ਜਸ ਸਰਵਣ ਸੁਨਾਵਣ ਆਉਣਾ ਕਰੋ ਜੀ। ਬਹੁਤੇ ਵੇਸ ਕਰੀ ਫਿਰ ਬਾਜਾਂ ਹੋ। ਹੇ ਪਤੀ ਪਰਮਾਤਮਾ ਜੀ, ਤੇਰੀ ਪ੍ਰਾਪਤੀ ਤੋਂ ਬਿਨਾ ਪਹਿਲਾਂ ਮੈਂ ਸਾਧਨਾ ਰੂਪ ਅਨੇਕਾਂ ਲਿਬਾਸ ਧਾਰਨ ਕਰਦੀ ਰਹੀ, ਜਾਂ ਜੂਨਾਂ ਵਿੱਚ ਭਟਕਦੀ ਹੋਈ ਅਨੇਕਾਂ ਸਰੀਰਾਂ ਰੂਪ ਲਿਬਾਸ ਧਾਰਦੀ ਰਹੀ। ਮਹਲੀ ਲਹਾ ਨ ਥਾਓ। ਪਰ ਤੇਰੇ ਸਰੂਪ ਦੇ ਵਿੱਚ ਕੋਈ ਥਾਂ ਪ੍ਰਾਪਤ ਨਾ ਕਰ ਸਕੀ। ਜਦੋਂ ਤੇਰੀ ਕਿਰਪਾ ਹੋਈ ਤਦੋਂ ਹਾਰ ਡੋਰ ਰਸ ਪਾਟ ਪਟੰਬਰ। ਹਰ ਹਰ ਦਾ ਜਾਪ ਰੂਪ ਹਾਰ ਪਹਿਨਣਾ ਕੀਤਾ। ਬ੍ਰਹਮਾਕਾਰ ਬਿਰਤੀ ਕਰਨ ਰੂਪ ਡੋਰੀ ਪਾਉਣਾ ਕੀਤੀ। ਪ੍ਰੇਮ ਰੂਪ ਬਸਤਰ ਅਤੇ ਗਿਆਨ ਰੂਪ ਰੇਸ਼ਮੀ ਦੁਸ਼ਾਲਾ ਬਖਸ਼ਣਾ ਕੀਤਾ। ਪੈਰਾ ਲੋੜੀ ਸੀ ਘਾਰੀ। ਅਤੇ ਪਤੀ ਪਰਮਾਤਮਾ ਜਦੋਂ ਤੂੰ ਮੈਨੂੰ ਚਾਹਨਾ ਕੀਤਾ ਤਾਂ ਹੀ ਇਹਨਾਂ ਉਪਰੋਕਤ ਸਾਧਨਾਂ ਦੀ ਸਹਿਤ ਸ਼ਿੰਗਾਰਨਾ ਕੀਤਾ। ਨਾਨਕ ਮੇਲ ਲਈ ਗੁਰ ਆਪਣਾ। ਸਤਿਗੁਰੂ ਸਾਹਿਬ ਜੀ ਪ੍ਰਤੱਖ ਦੇਵੀ ਗੁਣਾ ਰੂਪ ਫੱਗਣ ਦੇ ਮਹੀਨੇ ਦੁਆਰਾ ਕਥਨ ਕਰਦੇ ਨੇ ਕਿ ਜਦ ਗੁਰਾਂ ਨੇ ਮੈਨੂੰ ਆਪ ਦੇ ਨਾਲ ਮੇਲ ਲਿਆ, ਘਰ ਵਰ ਪਾਇਆ ਨਾਰੀ। ਤਦੋਂ ਮੈਂ ਜਗਿਆਸੂ ਇਸਤਰੀ ਨੇ ਹਿਰਦੇ ਜਾਂ ਸਤਸੰਗਤ ਰੂਪ ਘਰ ਦੇ ਵਿੱਚ ਹੀ ਪਤੀ ਪਰਮਾਤਮਾ ਪਾ ਲਿਆ ਹੈ। ਵੇਦਸ ਮਹਾਰੁਤੀ। ਉਹਨਾਂ ਦੇ ਬੇ ਮਤਲਬ ਤੋਂ ਤੇ 10 ਭਾਵ 12 ਮਹੀਨੇ। 12 ਮਹੀਨਿਆਂ ਵਿੱਚ ਆਈਆਂ 6 ਰੁੱਤਾਂ ਇਹ ਜੋ ਹਨ 33 ਵਾਰ ਪਲੇ। 15 ਥਿੱਤਾਂ ਅਤੇ 7 ਵਾਰ ਆਦਿਕ ਸਾਰੇ ਚੰਗੇ ਹਨ। ਇਸੇ ਪ੍ਰਕਾਰ ਵੇਦਸ ਮਹਾਰੁਤੀ। ਜਿਸ ਨੇ 2 10 12 ਭਾਵ 5 ਕਰਮ ਇੰਦਰੀ 5 ਗਿਆਨ ਇੰਦਰੀ ਮਨ ਤੇ ਬੁੱਧ ਦਾ ਨਿਰੋਧ ਕਰ ਦਿੱਤਾ ਹੈ, ਜਿਸ ਨੂੰ 6 ਰੁੱਤਾਂ ਦੀ ਤਰ੍ਹਾਂ ਖੜ ਸਮਝੀ ਦੀ ਪ੍ਰਾਪਤੀ ਹੋਈ ਹੈ। 33 ਵਾਰ ਪਲੇ। ਚਿੱਤ ਨੂੰ ਥਿਤ ਅਸਥਿਤ ਕਰਨ ਰੂਪ ਥਿਤਾ, ਉਸ ਦੇ ਗਿਆਨ ਰੂਪ ਜਿਹੜੇ ਵਾਰ ਦਿਨ ਉਹ ਭਲੇ ਚੰਗੇ ਹਨ। ਘੜੀ ਮੂਰਤ ਫਲ ਸਾਚੇ। ਇੱਕ ਘੜੀ ਮੂਰਤ 2 ਘੜੀਆਂ ਤੇ ਪਲ ਆਦਿਕ ਵੀ ਸਾਰੇ ਸਮੇਂ ਉਹਨਾਂ ਦੇ ਸੱਚੇ ਭਾਵ ਸਫਲੇ ਹਨ। ਆਏ ਸਹਿਜ ਮਿਲੇ। ਜਿਹੜੇ ਸਤਸੰਗਤ ਜਾਂ ਗੁਰਾਂ ਦੀ ਸ਼ਰਨ ਵਿੱਚ ਆ ਕੇ ਸ਼ਾਂਤ ਸਰੂਪ ਦੇ ਵਿੱਚ ਮਿਲ ਗਏ ਹਨ,
ਇਸੇ ਪ੍ਰਕਾਰ ਘੜੀ ਮੂਰਤ ਪਲ ਸਾਚੇ। ਘੜੀ ਦੀ ਤਰ੍ਹਾਂ ਜਿਸ ਘੜੀ ਵਿੱਚ ਗੁਰੂ ਦੀ ਸ਼ਰਨ ਗ੍ਰਹਿਣ ਕੀਤੀ ਹੈ, ਮੂਰਤ ਦੀ ਤਰ੍ਹਾਂ ਭਾਵਨਾ ਲੱਗਣੀ, ਪਲ ਦੀ ਤਰ੍ਹਾਂ ਗੁਰਾਂ ਨੇ ਪਲਕ ਮਾਤਰ ਦ੍ਰਿਸ਼ਟੀ ਕਰਕੇ ਨਿਹਾਲ ਕਰ ਦੇਣਾ ਅਤੇ ਸੱਚੇ ਨਾਮ ਦੀ ਪ੍ਰਾਪਤੀ ਕਰਾ ਦੇਣੀ। ਆਏ ਸਹਿਜ ਮਿਲੇ, ਇਉਂ ਸਹਿਜ ਸਰੂਪ ਨਾਲ ਆ ਕੇ ਮਿਲੇ ਨੇ, ਭਾਵ ਉਹਨਾਂ ਦਾ ਸਭ ਕੁਝ ਹੀ ਸਫਲਾ ਹੈ। ਇਸੇ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਬੇਦਸ ਮਾਹਰੁਤੀ 12 ਮਹੀਨੇ 6 ਰੁੱਤਾਂ 15 ਥਿੱਤਾਂ 7 ਵਾਰ ਅਤੇ 33 ਵਾਰ ਪਲੇ। ਜੋ 15 ਥਿੱਤਾਂ 7 ਵਾਰ ਇਹ ਭਲੇ ਚੰਗੇ ਨੇ। ਘੜੀ ਮੂਰਤ ਪਲ ਸਾਚੇ, ਘੜੀ 2 ਘੜੀਆਂ ਤੇ ਪਲ ਆਦਿਕ ਸਭ ਭਲੇ ਸ੍ਰੇਸ਼ਟ ਹਨ। ਆਏ ਸਹਿਜ ਮਿਲੇ, ਕਿਉਂਕਿ ਸਹਿਜ ਹੀ ਸੱਚੇ ਹਰੀ ਜੀ ਆ ਕੇ ਮਿਲੇ ਜੂ ਨੇ। 12 ਮਹੀਨਿਆਂ ਵਿੱਚ 6 ਰੁੱਤਾਂ, 6 ਰੁੱਤਾਂ ਵਿੱਚ ਤੇ 15 ਥਿੱਤਾਂ ਤੇ 15 ਥਿੱਤਾਂ ਵਿੱਚ 7 ਵਾਰ, ਇੱਕ ਵਾਰ ਵਿੱਚ 64 ਘੜੀਆਂ, 64 ਘੜੀਆਂ ਜੋ 2 ਘੜੀਆਂ, ਉਸ ਵਿੱਚ ਪਲ ਇੱਕ ਘੜੀ ਵਿੱਚ 60 ਪਲ ਹੁੰਦੇ ਨੇ। 30 ਚਸਿਆਂ ਦਾ ਇੱਕ ਪਲ ਹੁੰਦਾ, 15 ਵਿਸਿਆਂ ਦਾ ਇੱਕ ਚਸਾ ਹੁੰਦਾ, 15 ਨਿਮਖਾਂ ਦਾ ਇੱਕ ਵਿਸਵਾ ਹੁੰਦਾ। ਅੱਖਾਂ ਦੇ ਝਮਕਣ ਨੂੰ ਇੱਕ ਨਿਮਖ ਕਹਿੰਦੇ, ਭਾਵੇਂ ਇੱਕ ਨਿਮਖ ਤੋਂ ਲੈ ਕੇ ਸਾਲ ਤੱਕ ਸਭ ਸਫਲੇ ਸਮੇਂ ਨੇ, ਕਿਉਂਕਿ ਹਰੀ ਜੀ ਆ ਕੇ ਮਿਲ ਪਏ ਹਨ। ਰੱਬ ਮਿਲੇ ਪਿਆਰੇ ਕਾਰਜ ਸਾਰੇ। ਹੁਣ ਜਦ ਤੋਂ ਪਿਆਰੇ ਪ੍ਰਭੂ ਜੀ ਮਿਲ ਗਏ ਨੇ, ਤਦੋਂ ਦੇ ਉਸਨੇ ਮੇਰੇ ਵਿਵਹਾਰਕ ਤੇ ਪਰਮਾਰਥ ਕਾਦਕ ਸਾਰੇ ਕੰਮ ਸੰਵਾਰ ਦਿੱਤੇ ਹਨ। ਕਰਤਾ ਸਭ ਵਿਦ ਜਾਣੈ, ਜੋ ਰਚਨ ਹਰ ਪਰਮਾਤਮਾ ਆਪ ਹੀ ਸਾਰੀਆਂ ਵਿਧੀਆਂ ਨੂੰ ਜਾਣਦਾ ਹੈ। ਜਿਨ ਸਿੰਗਾਰੀ ਤਿਸੈ ਪਿਆਰੀ, ਜਿਸ ਵਾਹਿਗੁਰੂ ਨੇ ਮੈਨੂੰ ਸ਼ੁਭ ਗੁਣਾ ਜਾਂ ਸਾਧਨਾ ਰੂਪ ਸ਼ਿੰਗਾਰ ਦੇ ਨਾਲ ਸ਼ਿੰਗਾਰਨਾ ਕੀਤਾ ਹੈ, ਉਸੇ ਨੂੰ ਪਿਆਰੀ ਲੱਗੀ ਹਾਂ। ਮੇਲ ਪਿਆ ਰੰਗ ਮਾਣੈ, ਹੁਣ ਉਸ ਨਾਲ ਮਿਲਾਪ ਹੋ ਗਿਆ ਹੈ, ਜਿਸ ਤੇ ਮੈਂ ਉਸ ਦੇ ਆਨੰਦ ਨੂੰ ਮਾਨਣਾ ਕਰਦੀ ਹਾਂ। ਘਰ ਸੇਜ ਸੁਹਾਵੀ ਜਾਂ ਬਿਰ ਰਾਵੀ, ਜਦੋਂ ਪਤੀ ਪਰਮਾਤਮਾ ਨੇ ਆਪਣੇ ਨਾਲ ਭੇਦ ਕਰ ਲਏ, ਤਦੋਂ ਮਨੁੱਖਾ ਸਰੀਰ ਉਭਕਾਰ ਤੇ ਅੰਤःਕਰਨ ਵਸੇਜਾ ਸ਼ੋਭਨੀਕ ਹੋਈ ਹੈ, ਜਾਂ ਅੰਤःਕਰਨ ਉਭਕਾਰ ਵਿੱਚ ਸ਼ਰਧਾ ਰੂਪ ਸੇਜਾ ਸ਼ੋਭਨੀਕ ਹੋਈ ਹੈ। ਗੁਰਮੁਖ ਮਸਤਕ ਭਾਗੋ, ਕਿਉਂਕਿ ਮੁਖੀ ਗੁਰਾਂ ਦੁਆਰਾ ਮੇਰੇ ਮੱਥੇ ਦਾ ਸ੍ਰੇਸ਼ਟ ਭਾਗ ਸ੍ਰੇਸ਼ਟ ਕਰਮ ਜਾਗਿਆ ਹੈ। ਨਾਨਕ ਐਨ ਸਰਾਵੈ ਪ੍ਰੀਤਮਾ, ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਥਨ ਕਰਦੇ ਨੇ ਕਿ ਹੁਣ ਜਗਿਆਸੂ ਰੂਪ ਇਸਤਰੀ ਦਿਨ ਰਾਤ ਪਿਆਰੇ ਹਰੀ ਦੇ ਆਨੰਦ ਨੂੰ ਮਾਣਦੀ ਹੈ। ਹਰ ਵਾਰ ਥਿਰ ਸੁਹਾਗੋ, ਕਿਉਂਕਿ ਉਸਨੇ ਹੁਣ ਸਦਾ ਅਸਥਿਤ ਰਹਿਣ ਵਾਲੇ ਹਰੀ ਰੂਪ ਪਤੀ ਦਾ ਸੁਹਾਗ ਜੋ ਪ੍ਰਾਪਤ ਕਰ ਲਿਆ ਹੈ।